वाहिगुरू जी का खालसा वाहिगुरू जी की फतेह। पंजाबी ऑडियो बुक सुन रहे सारे ਸਰੋਤਿਆਂ ਨੂੰ मेरे मनिंदर कौर ਵੱਲੋਂ प्यार भरी सत श्री अकाल। जरनैल जोरावर सिंह भाग 9वां पन्ना नंबर 153। सिख दरबार ਵੱਲੋਂ पुरीग ਅਤੇ लद्दाख ਦੀ बगावत ਨੂੰ दबाउणा। मुहिम वास्ते फौज। तिब्बत विच जरनैल जोरावर सिंह ਦੀ फौज ਦੀ तबाही ਦੀ सूचना महाराजा शेर सिंह ਨੂੰ हज़ारा जिले ਦੇ बागकोट ਦੇ ਸਥਾਨ ਤੇ मार्च 1842 ਵਿੱਚ पहुंची। उस समय गुलाब सिंह सिख दरबार ਦੇ दूत ਦੀ हैसियत ਵਿੱਚ ईस्ट इंडियन कंपनी ਦੇ जरनैल पैलोक नाल गलबात कर रहा ਸੀ। महाराजा शेर सिंह ने गुलाब सिंह ਨੂੰ बगावत दबाਉਣ ਲਈ मुहिम भेजਣ ਦਾ हुक्म ਦਿੱਤਾ। उसने दीवान हरी चंद ਦੀ अगवाई थल्ले लद्दाख ਨੂੰ एक मुहिम भेजਣ ਦਾ प्रबंध कर ਦਿੱਤਾ। दीवान हरी चंद उस वेले दरिया सिंध ਦੇ पश्चिमी कंढੇ ਉੱਤੇ पठाना ਦੇ राजे पैंदे खान ਦੇ खिलाफ फ्रंटीयर ਦੇ सूबे ਵਿੱਚ लड़ ਰਿਹਾ ਸੀ। वजीर रतन ਨੂੰ हरी चंद ਦਾ नायब कमांडर नियत कर ਦਿੱਤਾ। ਇਹ ਮੁਹਿੰਮ हसन अब्दुल ਅਤੇ ਪੰਜਾ ਸਾਹਿਬ ਦੇ ਸਥਾਨ ਤੇ ਤਿਆਰ ਕੀਤੀ ਗਈ। इस फौज ने 150 मील ਦਾ पहाड़ी रस्ता सिर्फ 190 घंटियां विच खत्म किया ते हसन अब्दाली उठ के हरिपुर जम्मू के नजदीक कैंप लाया। इत्थे उन्हां नूं महाराजा शेर सिंह का हुक्म लैके राजा ध्यान सिंह मिल पिया। यह फौज जम्मू विच राजा ध्यान सिंह की निगरानी विच जथेबंद अते हथियारबंद की गई। इस फौज की गिणती लगभग 6000 सी। उन्हां नूं घेरा पाउण वालियां वड्डियां 10 तोपां भी दित्तियां गईयां। दूसरी फौज वजीर लखपत राय की अगवाई थल्ले बल्तिस्तान की जित वास्ते तैयार की गई। इस नूं किश्तवाड़ तो कारगिल वल अगे वधण दा हुक्म दिता गया। दोवां फौजां ने लद्दाख अते बल्तिस्तान नूं मुड़ जितण लई अगे वधण तो पहलां कारगिल दे स्थान ते इकट्ठे होना सी। दीवान हरी चंद कमांडर। उस नूं मुहिम दा कमांडर बनाया गया। ਉਹ ਲੜਾਈ ਵਿੱਚ ਬਹੁਤ ਬਹਾਦਰ, ਇਮਾਨਦਾਰ ਅਤੇ ਨਿਪੁੰਨ ਆਗੂ ਸੀ। ਗੁਲਾਬ ਸਿੰਘ ਉਸ ਨੂੰ ਪਹਾੜੀ ਅਤੇ ਸਖਤ ਠੰਡ ਦੇ ਇਲਾਕੇ ਦੀਆਂ ਲੜਾਈਆਂ ਵਿੱਚ ਇੱਕ ਮਾਹਿਰ ਕਮਾਂਡਰ ਖਿਆਲ ਕਰਦਾ ਸੀ। ਉਹ ਗੁਲਾਬ ਸਿੰਘ ਦਾ ਇੱਕ ਭਰੋਸੇਯੋਗ ਕਮਾਂਡਰ ਸੀ ਅਤੇ ਉਸ ਨੂੰ ਸਦਾ ਮੁਸ਼ਕਲ ਫੌਜੀ ਮੁਹਿੰਮਾਂ ਨੂੰ ਸਿਰੇ ਚਾੜਨ ਲਈ ਨਿਯੁਕਤ ਕੀਤਾ ਜਾਂਦਾ ਸੀ। ਉਸ ਨੂੰ ਸਨ 1842 ਵਿੱਚ ਮੁੜ ਪੁਰੀਗ ਅਤੇ ਲਦਾਖ ਨੂੰ ਜਿੱਤਣ ਲਈ ਭੇਜਿਆ ਗਿਆ। ਉਹ ਇਸ ਮੁਹਿੰਮ ਵਿੱਚ ਬਹੁਤ ਸਫਲ ਕਮਾਂਡਰ ਸਿੱਧ ਹੋਇਆ। ਸਨ 1845 ਵਿੱਚ ਜਦੋਂ ਸਿੱਖ ਫੌਜ ਮਹਾਰਾਜਾ ਗੁਲਾਬ ਸਿੰਘ ਨੂੰ ਇੱਕ ਕੈਦੀ ਦੇ ਤੌਰ ਤੇ ਲਾਹੌਰ ਲੈ ਕੇ ਗਈ, ਸਿੱਖਾਂ ਨੇ ਜੰਮੂ ਵਿੱਚ ਫੌਜ ਦਾ ਕਮਾਂਡਰ ਹਰੀ ਚੰਦ ਨੂੰ ਬਣਾਇਆ। ਲਾਹੌਰ ਵਾਸਤੇ ਤੁਰਨ ਤੋਂ ਪਹਿਲਾਂ ਰਾਜਾ ਗੁਲਾਬ ਸਿੰਘ ਨੇ ਜੰਮੂ ਦਾ ਕਿਲਾ ਉਸ ਨੂੰ ਸੌਂਪ ਦਿੱਤਾ। ਉਸਨੇ 1846 ਈਸਵੀ ਵਿੱਚ ਸਿੱਖ ਰਾਜ ਦੇ ਖਿਲਾਫ गिलगत ਅਤੇ ਹਜ਼ਾਰਾ ਵਿੱਚ ਹੋਈ ਬਗਾਵਤ ਨੂੰ ਦਬਾਉਣ ਲਈ ਬੜਾ ਮਹਾਨ ਕੰਮ ਕੀਤਾ। ਉਸ ਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਵਿੱਚ ਦੇਸ਼ ਭਗਤਾਂ ਦੇ ਖਿਲਾਫ ਅੰਗਰੇਜ਼ਾਂ ਦੀ ਸਹਾਇਤਾ ਕਰਨ ਲਈ 1857 ਈਸਵੀ ਵਿੱਚ ਮਹਾਰਾਜਾ ਰਣਬੀਰ ਸਿੰਘ ਦਿੱਲੀ ਲੈ ਕੇ ਗਿਆ। ਉਹ 1857 ਈਸਵੀ ਵਿੱਚ ਦਿੱਲੀ ਵਿੱਚ ਦੇਸ਼ ਭਗਤਾਂ ਦੇ ਖਿਲਾਫ ਲੜਦਾ ਹੋਇਆ ਮਾਰਿਆ ਗਿਆ। ਫੌਜੀ ਮੁਹਿੰਮ ਦਾ ਦਰਾਸ ਵੱਲ ਕੂਚ। दीवान हरी चंद का फौजी दस्ता कश्मीर वादी, एबटाबाद, मुजफ्फराबाद अते ऊड़ी दे राही हुंदा होया श्रीनगर पहुंचिया। इस दस्ते का स्वागत सिख दरबार वालों शेख मुहियुद्दीन ने किया, जिहड़ा कि उस वेले उत्थों दा राज प्रमुख नियुक्त सी। उस वेले उत्थे सिख फौजां 15 दिन आराम करन वास्ते ठहर गईयां। इस समय दे दौरान सिख राज प्रमुख ने लद्दाख नूं फौजी दस्ते भेजण लई हज़ारा दी गिनती विच कुलियां ਅਤੇ ਸਰਾਂ ਗਾਈਆਂ ਦੀ ਪ੍ਰਾਪਤੀ ਕਰ ਲਈ। ਜੋਜ਼ੀਲਾ ਦर्रा ਅਜੇ ਵੀ ਬਰਫ਼ ਨਾਲ ਬੰਦ ਹੋਇਆ ਪਿਆ ਸੀ ਅਤੇ ਖੱਚਰਾਂ ਦੇ ਲੰਘਣ ਲਈ ਯੋਗ ਨਹੀਂ ਸੀ। ਉਸ ਤੋਂ ਅੱਗੇ ਇਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਕਿ 1500 ਜਵਾਨ ਹਰ ਰੋਜ਼ ਜੋਜ਼ੀਲਾ ਦर्रा ਪਾਰ ਕਰ ਲੈਣ। ਇਸ ਤਰ੍ਹਾਂ ਸਾਰੀ ਫੌਜ ਨੂੰ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਬਗੈਰ ਕਿਸੇ ਮੁਸ਼ਕਲ ਦੇ ਦਰਾਸ ਵਿੱਚ ਜਮ੍ਹਾਂ ਕਰ ਲਿਆ ਗਿਆ। ਇਹ ਫੌਜ 6 ਮਹੀਨਿਆਂ ਵਾਸਤੇ ਆਤਮ ਨਿਰਭਰ ਹੋਣ ਲਈ ਆਪਣੇ ਨਾਲ ਪਹਾੜੀ ਤੋਪਾਂ, ਗੋਲੀ ਸਿੱਕਾ, ਰਾਸ਼ਨ ਅਤੇ ਕੱਪੜੇ ਲੈ ਗਈ। ਕੁਝ ਸਿੱਖ ਸਿਪਾਹੀਆਂ ਦੀ ਰਸਤੇ ਵਿੱਚ ਬਰਫ਼ ਉੱਤੇ ਧੁੱਪ ਦੀ ਰੌਸ਼ਨੀ ਨਾਲ ਅੱਖਾਂ ਨੂੰ ਸਖਤ ਤਕਲੀਫ ਹੋ ਗਈ, ਪਰੰਤੂ ਫੌਜ ਦੇ ਵੈਦਾਂ ਵੱਲੋਂ ਬੜੀ ਸਫਲਤਾ ਨਾਲ ਇਹਨਾਂ ਸਾਰਿਆਂ ਦਾ ਇਲਾਜ ਕਰ ਦਿੱਤਾ ਗਿਆ। ਸਥਾਨਕ ਬਣੇ ਹੋਏ
ਉਹਨਾਂ ਦੇ ਕੱਪੜਿਆਂ ਤੋਂ ਸਿਵਾਏ ਫੌਜੀ ਸਿਪਾਹੀਆਂ ਨੂੰ ਕੋਈ ਹੋਰ ਖਾਸ ਕਿਸਮ ਦੇ ਕੱਪੜੇ ਨਾ ਵੰਡੇ ਗਏ। ਫੌਜ ਨੂੰ ਇਹ ਉਦੇਸ਼ ਦਿੱਤਾ ਗਿਆ ਕਿ ਉਹ ਦਰਾਸ ਵਿੱਚ ਉਸ ਵੇਲੇ ਤੱਕ ਉਡੀਕ ਕਰਨ ਜਦੋਂ ਤੱਕ ਕਿ ਦਰਾਸ ਦਰਿਆ ਦੀ ਖਰਲ ਦੀ ਘਾਟੀ ਦੇ ਦੋਵੇਂ ਕਿਨਾਰਿਆਂ ਉੱਤੇ ਦੁਸ਼ਮਣ ਦੀ ਮੋਰਚਾਬੰਦੀ, ਦੁਸ਼ਮਣ ਦੀ ਤਾਦਾਦ, ਉਸ ਦੀ ਲੜਾਈ ਦੀ ਤਰਤੀਬ ਦਾ ਪੂਰਨ ਪਤਾ ਹਾਸਲ ਨਾ ਕਰ ਲਵੇ। ਉਸਨੇ ਬਹੁਤ ਸਾਰੇ ਜਾਸੂਸ ਰਸਤੇ ਦੀਆਂ ਹਾਲਤਾਂ ਤੇ ਕਠਿਨਾਈਆਂ ਬਾਬਤ ਪਤਾ ਕਰਨ ਲਈ ਕਾਰਗਿਲ ਨੂੰ ਭੇਜੇ। ਕਾਰਗਿਲ ਦੀ ਲੜਾਈ। ਦੁਸ਼ਮਣ ਨੇ ਖਰਲ ਦੀ ਘਾਟੀ ਅਤੇ ਕਾਰਗਿਲ ਦੇ ਵਿਚਕਾਰ ਬੜੀਆਂ ਮਜ਼ਬੂਤ ਥਾਵਾਂ ਉੱਤੇ ਮੋਰਚੇ ਬਣਾ ਰੱਖੇ ਸਨ। ਸਿੰਘੋ ਦਰਿਆ ਦੇ ਦੋਵੇਂ ਪਾਸਿਓਂ ਦੁਸ਼ਮਣ ਨੇ ਮੁਸ਼ਕਲ ਥਾਵਾਂ ਉੱਤੇ ਮੋਰਚੇ ਮੱਲੇ ਹੋਏ ਸਨ ਅਤੇ ਨਾਲ ਹੀ ਸੂਰੂ ਅਤੇ ਸਿੰਘੋ ਦਰਿਆ ਦੇ ਸੰਗਮ ਦੇ ਉੱਤਰ ਵਿੱਚ ਉੱਚੀ ਪਹਾੜੀ ਉੱਤੇ ਮੋਰਚਾਬੰਦੀ ਕਰ ਰੱਖੀ ਸੀ। ਇਸ ਤਰੀਕੇ ਨਾਲ ਦੁਸ਼ਮਣ ਨੇ ਸਿੱਖਾਂ ਦੀ ਫੌਜ ਦੇ ਸ਼ਿਕਾਰਦੂ ਅਤੇ ਕਾਰਗਿਲ ਵੱਲ ਜਾਣ ਵਾਲੇ ਸਾਰੇ ਹੀ ਰਸਤੇ ਰੋਕ ਰੱਖੇ ਸਨ। ਇਹ ਅਸਥਾਨ ਫੌਜੀ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹਾਨਤਾ ਰੱਖਦਾ ਸੀ ਅਤੇ ਇਹ ਰੱਖਿਆ ਦੀ ਲੜਾਈ ਲਈ ਬਹੁਤ ਹੀ ਮਜ਼ਬੂਤ ਸੀ। ਕਾਰਗਿਲ ਫੌਜ ਵੱਲੋਂ ਰੱਖਿਅਕ ਸਥਾਨਾਂ ਦੀ ਮਜ਼ਬੂਤੀ ਕੀਤੀ ਹੋਈ ਸੀ ਅਤੇ ਨਾਲ ਹੀ ਸੋਤ, ਪੁਸ਼ਕੂਮ ਅਤੇ ਕਾਰਗਿਲ ਦੇ ਰਾਜਿਆਂ ਦੀਆਂ ਫੌਜਾਂ ਵੱਲੋਂ ਇਕੱਠੇ ਹੋ ਕੇ ਰੱਖਿਆ ਦੀ ਲੜਾਈ ਦੀ ਤਿਆਰੀ ਕੀਤੀ ਹੋਈ ਸੀ। ਇਹਨਾਂ ਦੀ ਸੰਖਿਆ ਲਗਭਗ 5000 ਸੀ। ਦੀਵਾਨ ਹਰੀ ਚੰਦ ਦੇ ਅਗਲੇ ਦਸਤਿਆਂ ਨੂੰ ਖਰਲ ਦੀ ਘਾਟੀ ਤੇ ਬੈਠੇ ਦੁਸ਼ਮਣ ਦਾ ਕਾਫੀ ਸਖਤ ਟਾਕਰਾ ਕਰਨਾ ਪਿਆ ਅਤੇ ਕਾਫੀ ਜਾਨੀ ਨੁਕਸਾਨ ਉਠਾਉਣਾ ਪਿਆ। ਇਸ ਕਰਕੇ ਉਸ ਨੂੰ ਜ਼ਬਰਦਸਤੀ ਚੂਨਾਗੰਢ ਵਿੱਚ ਠਹਿਰਨਾ ਪਿਆ। ਮੌਸਮ ਅਜੇ ਵੀ ਬਹੁਤ ਠੰਡਾ ਸੀ ਅਤੇ ਅਜੇ ਤੱਕ ਰਸਤੇ ਦੀ ਸਾਰੀ ਧਰਤੀ ਬੜੀ ਡੂੰਘੀ ਬਰਫ਼ ਨਾਲ ਢਕੀ ਪਈ ਸੀ। ਹਰੀ ਚੰਦ ਨੇ ਕੁਝ ਫੌਜੀ ਦਸਤਿਆਂ ਰਾਹੀਂ ਚੂਨਾਗੰਢ ਦੇ ਦੱਖਣ ਵੱਲ ਦੀ ਪਹਾੜੀ ਉੱਤੇ ਚੜ੍ਹ ਕੇ ਕਾਰਗਿਲ ਦੀ ਰੱਖਿਆ ਕਰਨ ਵਾਲੀਆਂ ਦੁਸ਼ਮਣ ਦੀਆਂ ਅਗਲੀਆਂ ਚੌਂਕੀਆਂ ਤੇ ਹਮਲੇ ਕੀਤੇ ਜੋ ਸਿਰੇ ਨਾ ਚੜ੍ਹ ਸਕੇ। ਦੀਵਾਨ ਹਰੀ ਚੰਦ ਨੂੰ ਪਹਾੜਾਂ ਤੇ ਬਰਫ਼ ਢਲਣ ਤੱਕ 1 ਮਹੀਨਾ ਚੂਨਾਗੰਢ ਵਿੱਚ ਹੀ ਹੋਰ ਠਹਿਰਨਾ ਪਿਆ। ਮਈ ਦੇ ਪਹਿਲੇ ਹਫ਼ਤੇ ਵਿੱਚ 3000 ਜਵਾਨਾਂ ਦੀ ਫੌਜ ਰਾਮ ਸਿੰਘ ਦੀ ਅਗਵਾਈ ਥੱਲੇ ਭੇਜੀ ਗਈ ਅਤੇ ਇਸ ਨੂੰ ਪਹਾੜੀ ਉੱਤੇ ਹਮਲਾ ਕਰਕੇ ਕਬਜ਼ਾ ਕਰਨ ਦਾ ਹੁਕਮ ਦਿੱਤਾ ਗਿਆ। ਇਹਨਾਂ ਨੂੰ ਇਹ ਉਦੇਸ਼ ਦਿੱਤਾ ਗਿਆ ਕਿ ਉਹ ਚੂਨਾਗੰਢ ਨਾਲੇ ਦੇ ਰਾਹੀਂ ਪਹਾੜੀ ਉੱਤੇ ਚੜ੍ਹਨ। ਇਸ ਉੱਚੀ ਪਹਾੜੀ ਤੋਂ ਉਹ ਕਾਰਗਿਲ ਦੇ ਪਿੰਡਾਂ ਅਤੇ ਖਰਲ ਘਾਟੀ ਨੂੰ ਚੰਗੀ ਤਰ੍ਹਾਂ ਨਿਗਾਹ ਵਿੱਚ ਰੱਖ ਸਕਦੇ ਸਨ। ਫੌਜ ਨਾਲ ਭੇਜਣ ਲਈ ਇੱਕ ਤੋਪ ਵੀ ਤਿਆਰ ਕੀਤੀ ਗਈ। ਇਹ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਦੇ ਜੈਡ ਬ੍ਰਿਗੇਡ ਨੇ ਜਦੋਂ ਮਈ 1948 ਨੂੰ ਕਾਰਗਿਲ ਤੇ ਕਬਜ਼ਾ ਕੀਤਾ ਸੀ ਤਾਂ ਇਸੇ ਹੀ ਪਹਾੜੀ ਦੀਆਂ ਨੀਵੀਆਂ ਢਲਵਾਨਾਂ ਉੱਤੇ ਉਹਨਾਂ ਨੇ ਅਚਾਨਕ 3 ਇੰਚ ਮਾਰਟਰ ਤੋਪਾਂ ਨੂੰ ਚੜ੍ਹਾ ਕੇ ਕਾਰਗਿਲ ਵਿੱਚ ਕਸ਼ਮੀਰ ਰਾਜ ਦੀਆਂ ਫੌਜਾਂ ਉੱਤੇ ਗੋਲਾਬਾਰੀ ਕੀਤੀ ਸੀ, ਜਦਕਿ ਕਸ਼ਮੀਰ ਦੀ ਫੌਜ ਅਤਿਅੰਤ ਅਣਗਹਿਲੀ ਵਿਖਾ ਕੇ ਸਥਾਨਕ ਖੇਡਿਆ ਜਾ ਰਿਹਾ ਪੋਲੋ ਦਾ ਮੈਚ ਵੇਖ ਰਹੀ ਸੀ। ਉਸ ਵੇਲੇ ਉਹ ਜੈਡ ਬ੍ਰਿਗੇਡ ਦੀ ਇਸ ਲੜਾਈ ਦੀ ਸੁਚੱਜੀ ਚਾਲ ਤੋਂ ਬਿਲਕੁਲ ਬੇਖਬਰ ਸਨ। ਜਦੋਂ ਸੰਨ 1842 ਵਿੱਚ ਜਮਾਦਾਰ ਰਾਮ ਸਿੰਘ ਦੀ ਫੌਜ ਚੂਨਾਗੰਢ ਤੋਂ ਉੱਚੀ ਪਹਾੜੀ ਉੱਤੇ ਰਾਤਾਂ ਦੇ ਸਮੇਂ ਚੜ੍ਹ ਰਹੀ ਸੀ, ਦੀਵਾਨ ਹਰੀ ਚੰਦ ਨੇ ਦੁਸ਼ਮਣ ਦੇ ਮੋਰਚਿਆਂ ਉੱਤੇ ਸਾਹਮਣੇ ਅਤੇ ਪਾਸਿਓਂ ਭਾਰੀ ਤੋਪਾਂ ਦੀ ਗੋਲਾਬਾਰੀ ਅਤੇ ਛੋਟੇ ਹਮਲਿਆਂ ਨਾਲ ਖਰਲ ਦੇ ਮੋਰਚਿਆਂ ਵਿੱਚ ਹੀ ਉਸ ਦੀ ਬਹੁ ਗਿਣਤੀ ਦੀ ਫੌਜ ਨੂੰ ਰੋਕੀ ਰੱਖਿਆ। ਇਸ ਤਰ੍ਹਾਂ ਦੁਸ਼ਮਣ ਨੂੰ ਹਰੀ ਚੰਦ ਦੀ ਉੱਚੀ ਪਹਾੜੀ ਉੱਤੇ ਕਬਜ਼ਾ ਕਰਨ ਦੀ ਇਸ ਚਾਲ ਦਾ ਪਤਾ ਨਾ ਲੱਗਾ। ਉਹ ਸਮਝਦਾ ਰਿਹਾ ਕਿ ਦੁਸ਼ਮਣ ਦਰਿਆ ਦੇ ਨਾਲ ਹੀ ਹਮਲਾ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ ਅਤੇ ਉੱਥੇ ਹੀ ਉਸ ਨੂੰ ਲੱਕ ਤੋੜਵੀਂ ਹਾਰ ਦਿੱਤੀ ਜਾਵੇਗੀ। ਪਰ ਰਾਮ ਸਿੰਘ ਦੇ ਦਸਤਿਆਂ ਨੇ ਬਗੈਰ ਕਿਸੇ ਰੁਕਾਵਟ ਅਤੇ ਲੜਾਈ ਦੇ ਉੱਚੀ ਪਹਾੜੀ ਉੱਤੇ ਕਬਜ਼ਾ ਕਰ ਲਿਆ। ਇਸ ਦਸਤੇ ਨੇ ਪਹਾੜੀ ਉੱਤੇ ਕਬਜ਼ਾ ਹੁੰਦੇ ਸਾਰ ਹੀ ਇਸ ਪਹਾੜੀ ਦੀਆਂ ਉੱਤਰ ਪੱਛਮੀ ਢਲਵਾਨਾਂ ਤੋਂ ਸਿੰਘੋ ਅਤੇ ਸੂਰੂ ਦੇ ਸੰਗਮ ਦੇ ਦੱਖਣ ਵਾਲੇ ਮੋਰਚਿਆਂ ਅਤੇ ਪਹਾੜੀ ਉੱਤੇ ਬੀੜੀਆਂ ਤੋਪਾਂ ਨਾਲ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਇਹਨਾਂ ਤੋਪਾਂ ਦੇ ਗੋਲਿਆਂ ਦੇ ਆਸਰੇ ਥੱਲੇ ਜਮਾਦਾਰ ਰਾਮ ਸਿੰਘ ਨੇ ਪੂਰਬ ਵੱਲ ਦੀ ਹੋ ਕੇ ਪਹਾੜੀ ਦੇ ਹੇਠਾਂ ਵਾਲੇ ਦੁਸ਼ਮਣ ਦੇ ਮੋਰਚਿਆਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਦੀਵਾਨ ਹਰੀ ਚੰਦ ਨੇ ਵੀ ਉਸੇ ਸਮੇਂ ਦੇ ਮੋਰਚਿਆਂ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਨੂੰ ਤੋਪਾਂ ਦੀ ਭਾਰੀ ਗੋਲਾਬਾਰੀ ਨਾਲ ਸਹਾਇਤਾ ਦਿੱਤੀ ਗਈ। ਇਸ ਨਾਲ ਦੁਸ਼ਮਣ ਆਪਣੇ ਮੋਰਚਿਆਂ ਵਿੱਚ ਹੀ ਵੱਜ ਗਿਆ। ਦੁਸ਼ਮਣ ਇਸ ਭਿਆਨਕ ਅਤੇ ਜ਼ੋਰਦਾਰ ਹਮਲੇ ਦਾ ਟਾਕਰਾ ਨਾ ਕਰ ਸਕਿਆ ਅਤੇ ਆਪਣੇ ਕਮਾਂਡਰ ਬਹਾਦਰ ਖਾਂ ਦੇ ਹੁਕਮ ਥੱਲੇ ਮੋਰਚਿਆਂ ਵਿੱਚੋਂ ਭੱਜ ਨਿਕਲਿਆ। ਨਾ ਸਿਰਫ ਦੁਸ਼ਮਣ ਨੇ ਪਹਾੜ ਦੇ ਹੀ ਮੋਰਚੇ ਛੱਡੇ,
ਸਗੋਂ ਉਹ ਕਾਰਗਿਲ ਨੂੰ ਵੀ ਖਾਲੀ ਕਰਕੇ ਪਿੱਛੇ ਹਟ ਗਿਆ। ਦੁਸ਼ਮਣ ਦੀ ਫੌਜ ਜਿਸਨੇ ਕਾਰਗਿਲ ਦੇ ਲਾਗੇ ਅਤੇ ਚੁਫੇਰੇ ਦੂਸਰੀ ਮੋਰਚਾਬੰਦੀ ਦੀ ਲਾਈਨ ਬਣਾ ਲਈ ਅਤੇ ਉਸ ਵਿੱਚ ਮਜ਼ਬੂਤੀ ਨਾਲ ਬੈਠਾ ਹੋਇਆ ਸੀ, ਉਸ ਦੇ ਮੋਰਚਿਆਂ ਦੀ ਰੱਖਿਅਕ ਫੌਜ ਵੀ ਸਖਤ ਤੋਪਾਂ ਦੀ ਗੋਲਾਬਾਰੀ ਅੱਗੇ ਨਾ ਖੜੋ ਸਕੀ ਅਤੇ ਇਸ ਤੋਂ ਪਹਿਲਾਂ ਕਿ ਸਿੱਖ ਫੌਜ ਉਹਨਾਂ ਉੱਤੇ ਹਮਲਾ ਕਰ ਸਕੇ, ਉਹ ਪਹਿਲੋਂ ਹੀ ਭੱਜ ਨਿਕਲੀ। ਹੁਣ ਬਾਗੀਆਂ ਵਾਸਤੇ ਇੱਕੋ ਹੀ ਰਸਤਾ ਰਹਿ ਗਿਆ ਸੀ ਕਿ ਉਹ ਕਾਰਗਿਲ ਵੱਲੋਂ ਸੂਰੂ ਦਰਿਆ ਨੂੰ ਪਾਰ ਕਰਨ। ਇਸ ਕਾਰਵਾਈ ਲਈ ਉਹਨਾਂ ਨੂੰ ਕਾਰਗਿਲ ਦੇ ਸਥਾਨ ਤੋਂ ਸੂਰੂ ਦਰਿਆ ਦੇ ਪੁਲ ਨੂੰ ਪਾਰ ਕਰਨਾ ਪੈਣਾ ਸੀ। ਇਹ ਪੁਲ ਬਹੁਤ ਤੰਗ ਸੀ। ਬਾਗੀ ਆਗੂਆਂ ਨੇ ਆਪਣੇ ਸਿਪਾਹੀਆਂ ਨੂੰ ਲੜਾਈ ਦੇ ਮੈਦਾਨ ਵਿੱਚੋਂ ਭੱਜਣ ਤੋਂ ਰੋਕਣ ਲਈ ਇਸ ਪੁਲ ਤੇ ਸਖਤ ਨਾਕਾਬੰਦੀ ਕੀਤੀ ਹੋਈ ਸੀ, ਪਰ ਉਹ ਬੇਕਾਬੂ ਹੋ ਕੇ ਹਮਲੇ ਦਾ ਮੁਕਾਬਲਾ ਨਾ ਕਰ ਸਕੀ ਅਤੇ ਭੱਜ ਨਿਕਲੀ। ਸਿੱਖ ਫੌਜਾਂ ਨੇ ਬੜੀ ਤੇਜ਼ੀ ਨਾਲ ਇਹਨਾਂ ਦਾ ਪਿੱਛਾ ਕੀਤਾ, ਪਰ ਉਹ ਵੇਲੇ ਸਿਰ ਪੁਲ ਤੱਕ ਨਾ ਪਹੁੰਚ ਸਕੇ। ਜਦੋਂ ਉਹਨਾਂ ਭਗੌੜਿਆਂ ਨੇ ਆਪਣਾ ਰਸਤਾ ਤੇ ਪੁਲ ਰੋਕਿਆ ਹੋਇਆ ਦੇਖਿਆ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਨਿਰਾਸ਼ਾ ਵਿੱਚ ਹੀ ਦਰਿਆ ਵਿੱਚ ਛਾਲਾਂ ਮਾਰ ਦਿੱਤੀਆਂ ਅਤੇ ਤਰ ਕੇ ਪਾਰ ਕਰਨ ਦਾ ਉਪਰਾਲਾ ਕੀਤਾ। ਦਰਿਆ ਇੱਥੇ ਬਹੁਤ ਤੇਜ਼ ਰਫ਼ਤਾਰ ਤੇ ਡੂੰਘਾ ਹੈ, ਇਸ ਲਈ ਉਹਨਾਂ ਵਿੱਚੋਂ ਬਹੁਤ ਸਾਰੇ ਡੁੱਬ ਕੇ ਮਰ ਗਏ। ਬਹੁਤ ਥੋੜੇ ਬਾਗੀ ਸਿਪਾਹੀ ਇਸ ਲੜਾਈ ਵਿੱਚੋਂ ਬਚੇ ਜਿਹੜੇ ਕਿ ਦਰਿਆ ਪਾਰ ਕਰ ਸਕੇ। ਕਾਰਗਿਲ ਨੂੰ ਪੱਕਾ ਕਰਨਾ। ਸਿੱਖ ਫੌਜਾਂ ਨੇ ਕਾਰਗਿਲ ਉੱਤੇ ਬਗੈਰ ਲੜਾਈ ਦੇ ਦੁਬਾਰਾ ਕਬਜ਼ਾ ਕਰ ਲਿਆ। ਸੂਰੂ ਅਤੇ ਦਰਿਆਵਾਂ ਦੇ ਸੰਗਮ ਦੇ ਦੱਖਣੀ ਕੰਢੇ ਉੱਤੇ ਕਾਰਗਿਲ ਦੇ ਸਥਾਨ ਤੇ ਹਰੀ ਚੰਦ ਦੀ ਫੌਜ ਨੇ ਇੱਕ ਨਵੇਂ ਕਿਲੇ ਦੀ ਨੀਂਹ ਰੱਖੀ ਅਤੇ ਪੁਰਾਣੇ ਕਿਲੇ ਨੂੰ ਢਾਹ ਦਿੱਤਾ ਗਿਆ। ਇੱਕ ਫੌਜੀ ਦਸਤਾ ਸੋਤ ਦੇ ਰਾਜਾ ਨੂੰ ਸਜ਼ਾ ਦੇਣ ਵਾਸਤੇ ਦੀਵਾਨ ਹਰੀ ਚੰਦ ਨੇ ਸੋਤ ਨੂੰ ਭੇਜਿਆ। ਇਸ ਫੌਜ ਨੇ ਨਾ ਕੇਵਲ ਸੋਤ ਦੇ ਰਾਜੇ ਨੂੰ ਕੈਦੀ ਹੀ ਬਣਾਇਆ, ਸਗੋਂ ਉਸ ਦੇ ਦੋਵੇਂ ਹੀ ਕਿਲੇ ਵੀ ਢਾਹ ਦਿੱਤੇ। ਕਾਰਗਿਲ ਅਤੇ ਇਸ ਦੇ ਆਲੇ ਦੁਆਲੇ ਦੀ ਸਾਰੀ ਜਨਤਾ ਨੇ ਸਿੱਖ ਹਕੂਮਤ ਨੂੰ ਫਿਰ ਬੜੀ ਸ਼ਰਧਾ ਅਤੇ ਨੇਕ ਨੀਅਤ ਨਾਲ ਸਵੀਕਾਰ ਕਰ ਲਿਆ ਅਤੇ ਭਵਿੱਖ ਵਿੱਚ ਉਹਨਾਂ ਦੇ ਵਫਾਦਾਰ ਰਹਿਣ ਦਾ ਪ੍ਰਣ ਦਿੱਤਾ। ਅੱਜ ਤੱਕ ਇਸ ਇਲਾਕੇ ਦੇ ਲੋਕ ਹਿੰਦੁਸਤਾਨੀ ਹਕੂਮਤ ਦੇ ਵਫਾਦਾਰ ਰਹੇ ਹਨ। ਲਦਾਖ ਵੱਲ ਚੜ੍ਹਾਈ। ਕਾਰਗਿਲ ਦੇ ਸਥਾਨ ਤੇ ਆਪਣੇ ਅਧਿਕਾਰ ਅਤੇ ਹਕੂਮਤ ਨੂੰ ਪੱਕਿਆਂ ਪੈਰਾਂ ਉੱਤੇ ਕਰਕੇ ਦੀਵਾਨ ਹਰੀ ਚੰਦ ਨੇ ਲਦਾਖ ਵੱਲ ਨੂੰ ਕੂਚ ਕਰ ਦਿੱਤਾ। ਉਸ ਦੀ ਫੌਜ ਨੇ ਰਸਤੇ ਵਿੱਚ ਪੁਸ਼ਕੂਮ ਦੇ ਕਿਲੇ ਨੂੰ ਅੱਗ ਲਾ ਦਿੱਤੀ ਅਤੇ ਉਸ ਦਾ ਖੁਰਾ ਖੋਜ ਮਿਟਾ ਦਿੱਤਾ। ਪੁਸ਼ਕੂਮ ਦਾ ਰਾਜਾ ਮੁਹੰਮਦ ਅਲੀ ਖਾਨ ਉੱਥੇ ਹਾਜ਼ਰ ਨਹੀਂ ਸੀ ਅਤੇ ਲਦਾਖ ਵੱਲ ਗਿਆ ਹੋਇਆ ਸੀ। ਪੁਸ਼ਕੂਮ ਵਿੱਚ ਦੂਸਰੇ ਬਾਗੀ ਆਗੂਆਂ ਨੂੰ ਉਦਾਹਰਣ ਪੂਰਵਕ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਗਈਆਂ। ਫਿਰ ਦੀਵਾਨ ਹਰੀ ਚੰਦ ਨੇ ਮੁਲਬੈਕ ਤੇ ਕਬਜ਼ਾ ਕਰ ਲਿਆ ਅਤੇ ਮੁਲਬੈਕ ਦੇ ਕਿਲੇ ਨੂੰ ਤਬਾਹ ਕਰ ਦਿੱਤਾ। ਪੁਸ਼ਕੂਮ ਅਤੇ ਮੁਲਬੈਕ ਦੇ ਕਿਲਿਆਂ ਉੱਤੋਂ ਉਤਾਰਿਆ ਹੋਇਆ ਸਾਰਾ ਹੀ ਲੱਕੜੀ ਦਾ ਮਲਬਾ ਕਾਰਗਿਲ ਦਾ ਨਵਾਂ ਕਿਲਾ ਬਣਾਉਣ ਵਾਸਤੇ ਵਾਕਾਚੂ ਦਰਿਆ ਰਾਹੀਂ ਕਾਰਗਿਲ ਨੂੰ ਰੋੜ ਦਿੱਤਾ। ਇਹਨਾਂ ਇਲਾਕਿਆਂ ਦੇ ਸਾਰੇ ਹੀ ਬਾਗੀ ਆਗੂਆਂ ਨੂੰ ਕੈਦੀ ਬਣਾ ਕੇ ਕਾਰਗਿਲ ਭੇਜ ਦਿੱਤਾ ਗਿਆ। ਸਿੱਖ ਫੌਜ ਨੇ ਬੋਧ ਖਰਬੂ ਦੇ ਰਸਤੇ ਫੋਟੁਲਾ ਦਰਰੇ ਵੱਲ ਆਪਣਾ ਕੂਚ ਜਾਰੀ ਰੱਖਿਆ। ਜਦੋਂ ਸਿੱਖ ਫੌਜ ਦਾ ਅਗਲਾ ਦਸਤਾ ਸਾਂਗੇ ਲਮਾਚੂ ਦਰਿਆ ਪਾਰ ਕਰਨ ਵਾਸਤੇ ਉਹਨਾਂ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਉੱਤੇ ਦੂਸਰੇ ਕੰਢੇ ਵੱਲੋਂ ਪੁਸ਼ਕੂਮ ਦੇ ਰਾਜਾ ਮੁਹੰਮਦ ਅਲੀ ਖਾਨ ਦੇ ਹੁਕਮ ਨਾਲ ਉਸ ਦੀ ਫੌਜ ਦੇ 30 ਜਵਾਨਾਂ ਦੇ ਦਸਤੇ ਨੇ ਅਚਾਨਕ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰਾਜਾ ਉਸ ਸਮੇਂ ਲਦਾਖ ਦੇ ਰਾਜੇ ਨੂੰ ਮਿਲ ਕੇ ਘਰ ਨੂੰ ਵਾਪਸ ਪੁਸ਼ਕੂਮ ਜਾ ਰਿਹਾ ਸੀ। ਇਸ ਦੁਸ਼ਮਣ ਦੇ ਦਸਤੇ ਨੇ ਦਰਿਆ ਦੇ ਦੂਸਰੇ ਕੰਢੇ ਉੱਤੇ ਇੱਕ ਉੱਚੀ ਥਾਂ ਆਪਣਾ ਮੋਰਚਾ ਬਣਾਇਆ ਸੀ, ਜਿੱਥੇ ਕਿ ਉਹ ਕਾਫੀ ਚੰਗੀ ਤਰ੍ਹਾਂ ਲੁਕੇ ਹੋਏ ਸਨ। ਇਸ ਅਚਾਨਕ ਫਾਇਰਿੰਗ ਨੇ ਸਿੱਖ ਫੌਜੀਆਂ ਦਾ ਕਾਫੀ ਗਿਣਤੀ ਵਿੱਚ ਜਾਨੀ ਨੁਕਸਾਨ ਕੀਤਾ। ਦੀਵਾਨ ਹਰੀ ਚੰਦ ਦੇ ਹੁਕਮ ਨਾਲ ਉਸ ਦੇ ਫੌਜੀ ਦਸਤਿਆਂ ਨੇ ਇਸ ਲੜਾਈ ਦੇ ਮੈਦਾਨ ਤੋਂ 1 ਮੀਲ ਪੱਛਮ ਵੱਲ ਦੀ ਹੋ ਕੇ ਦਰਿਆ ਨੂੰ ਪਾਰ ਕੀਤਾ ਅਤੇ ਆਪਣੀ ਫੌਜ ਨੂੰ ਐਸੀ ਥਾਂ ਉੱਤੇ ਦੁਸ਼ਮਣ ਦੇ ਮੋਰਚਿਆਂ ਦੇ ਪਿੱਛੇ ਲੈ ਗਿਆ ਜਿਹੜੀ ਕਿ ਦੁਸ਼ਮਣ ਦੇ ਮੋਰਚਿਆਂ ਨਾਲੋਂ ਉੱਚੀ ਸੀ। ਇਸ ਉੱਚੀ ਤੇ ਖੁੱਲੀ ਥਾਂ ਤੋਂ ਇਕੱਠੇ ਹੋ ਕੇ ਸਿੱਖ ਸਿਪਾਹੀਆਂ ਨੇ ਦੁਸ਼ਮਣ ਉੱਤੇ ਹਮਲਾ ਕੀਤਾ। ਦੁਸ਼ਮਣ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ, ਪਰੰਤੂ ਉਹ ਇੱਕ ਚੰਗੇ ਹਥਿਆਰ ਅਤੇ ਬਹੁ ਗਿਣਤੀ ਵਾਲੀ ਸਿੱਖੀ ਹੋਈ ਫੌਜ ਦਾ ਕੀ ਮੁਕਾਬਲਾ ਕਰ ਸਕਦੇ ਸਨ ਅਤੇ ਉਹ ਸਾਰੇ ਬਾਗੀ ਉਹਨਾਂ ਦੇ ਹੱਥੋਂ ਉਸ ਜਗ੍ਹਾ ਉੱਤੇ ਹੀ ਲੜਾਈ ਵਿੱਚ ਮਾਰੇ ਗਏ। ਇਸ ਛੋਟੀ ਲੜਾਈ ਦੀ ਜਿੱਤ ਦੇ ਬਾਅਦ ਹਰੀ ਚੰਦ ਦੀਆਂ ਸਿੱਖ ਫੌਜਾਂ ਨੇ ਲਦਾਖ ਵੱਲ ਕੂਚ ਜਾਰੀ ਰੱਖਿਆ। ਖੋਜ ਤੋਂ ਪਤਾ ਲੱਗਾ ਹੈ ਕਿ ਸਥਾਨਕ ਲੋਕਾਂ ਨੇ ਸਿੱਖਾਂ ਦਾ ਹਮਲਾ ਨਾਕਾਮ ਬਣਾਉਣ ਲਈ ਖਾਲਸੀ ਦੇ ਪੁਲ ਦਾ ਸਾਰਾ ਮਲਬਾ ਲਾ ਕੇ ਸਿੰਧ ਦਰਿਆ ਵਿੱਚ ਸੁੱਟ ਦਿੱਤਾ ਸੀ
ਅਤੇ ਇਸ ਪੁਲ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਇਸ ਦੀ ਮੁਰੰਮਤ ਦੀ ਲੋੜ ਸੀ। ਦੀਵਾਨ ਹਰੀ ਚੰਦ ਨੂੰ ਪੁਲ ਮੁਰੰਮਤ ਕਰਾਉਂਦਿਆਂ ਅਤੇ ਸਾਰੀ ਫੌਜ ਨੂੰ ਪਾਰ ਲਗਾਉਂਦਿਆਂ ਕਈ ਦਿਨ ਲੰਘ ਗਏ। ਦਰਿਆ ਸਿੰਧ ਪਾਰ ਕਰਕੇ ਦੀਵਾਨ ਹਰੀ ਚੰਦ ਨੇ ਆਪਣੀ ਫੌਜ 2 ਹਿੱਸਿਆਂ ਵਿੱਚ ਵੰਡ ਦਿੱਤੀ। ਇੱਕ ਭਾਗ ਦੀਵਾਨ ਹਰੀ ਚੰਦ ਦੀ ਅਗਵਾਈ ਹੇਠ ਲਦਾਖ ਪਹਾੜੀ ਦੇ ਨਾਲ-ਨਾਲ ਉੱਤਰੀ ਰਸਤੇ ਟੁੰਗ, ਮੈਗੰਗ ਅਤੇ ਲਾਕੀਰ ਦੇ ਰਾਹੀਂ ਬਾਸਗੋ ਪਹੁੰਚਿਆ। ਦੂਸਰਾ ਭਾਗ ਵਜ਼ੀਰ ਰਤਨੂ ਦੀ ਅਗਵਾਈ ਥੱਲੇ ਦਰਿਆ ਸਿੰਧ ਦੇ ਉੱਤਰੀ ਕੰਢੇ ਦੇ ਨਾਲ-ਨਾਲ ਨੂਰਲਾ ਅਤੇ ਸਸਪੂਲ ਗੋਂਪਾ ਦੇ ਰਸਤੇ ਬਾਸਗੋ ਪਹੁੰਚਿਆ। ਦੀਵਾਨ ਹਰੀ ਚੰਦ ਨੂੰ ਰਸਤੇ ਵਿੱਚ ਬਾਸਗੋ ਦੇ ਉੱਤਰੀ ਭਾਗ ਦੇ ਟੁੰਗ ਮੈਗੰਗ ਦੇ ਮਜ਼ਬੂਤ ਕਿਲੇ ਉੱਤੇ ਕਬਜ਼ਾ ਕਰਨ ਲਈ ਕਾਫੀ ਸਖਤ ਲੜਾਈ ਲੜਨੀ ਪਈ। ਦੋਵੇਂ ਫੌਜਾਂ ਬਾਸਗੋ ਇਕੱਠੀਆਂ ਹੋ ਗਈਆਂ ਅਤੇ ਉਹਨਾਂ ਨੇ ਬਗੈਰ ਕਿਸੇ ਲੜਾਈ ਦੇ ਬਾਸਗੋ ਦੀ ਪਹਾੜੀ ਵਾਲੇ ਰਵਸਤਾਨ ਦੇ ਮਜ਼ਬੂਤ ਕਿਲੇ ਤੇ ਕਬਜ਼ਾ ਕਰ ਲਿਆ। ਦੀਵਾਨ ਹਰੀ ਚੰਦ ਬਗੈਰ ਹੋਰ ਕਿਸੇ ਰੁਕਾਵਟ ਦੇ ਲਦਾਖ ਵਿੱਚ ਦਾਖਲ ਹੋ ਗਿਆ। ਉਸ ਦੇ ਪਹੁੰਚਣ ਤੇ ਸਿੱਖ ਫੌਜਾਂ ਦੇ ਕਮਾਂਡਰ ਕੁਮੇਦਾਨ ਪਹਿਲਵਾਨ ਸਿੰਘ ਦਾ ਤਿੱਬਤੀਆਂ ਤੇ ਲਦਾਖੀਆਂ ਵੱਲੋਂ ਦੁਆਰਾ ਹਮਲੇ ਦਾ ਫਿਕਰ ਖਤਮ ਹੋ ਗਿਆ। ਲਦਾਖ ਵਿੱਚ ਦੁਬਾਰਾ ਕਾਨੂੰਨ ਦੀ ਸਥਾਪਨਾ। ਲਦਾਖ ਵਿੱਚ ਇਸ ਤਾਕਤਵਰ ਫੌਜ ਦੇ ਪਹੁੰਚਣ ਨਾਲ ਬਾਗੀਆਂ ਦਾ ਹੌਸਲਾ ਟੁੱਟ ਗਿਆ। ਉਹਨਾਂ ਦੀ ਫੌਜ ਖੇਰੂ-ਖੇਰੂ ਹੋ ਗਈ ਅਤੇ ਬਾਗੀ ਆਪਣੇ ਆਪ ਹੀ ਚੁੱਪਚਾਪ ਅੱਡ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ। ਤਿੱਬਤੀ ਫੌਜ ਜਿਹੜੀ ਅਜੇ ਤੱਕ ਵੀ ਰਾਜੇ ਦੇ ਮਹੱਲ ਵਿੱਚ ਕੈਂਪ ਲਾਈ ਬੈਠੀ ਸੀ, ਬਗੈਰ ਕਿਸੇ ਲੜਾਈ ਦੇ ਤਿੱਬਤ ਦੀ ਹੱਦ ਵੱਲ ਭੱਜ ਤੁਰੀ। ਲਦਾਖ ਦਾ ਗਿਆਲਪੋ ਜਗਸਮਤ ਨਮਗੀਅਲ ਵੀ ਲਦਾਖ ਛੱਡ ਕੇ ਦੇਸ਼ ਚੋਂ ਭੱਜ ਗਿਆ ਅਤੇ ਤਿੱਬਤੀ ਫੌਜ ਨਾਲ ਜਾ ਮਿਲਿਆ। ਦੀਵਾਨ ਹਰੀ ਚੰਦ ਨੇ ਮੀਆਂ ਜਵਾਹਰ ਸਿੰਘ ਦੀ ਅਗਵਾਈ ਥੱਲੇ ਇੱਕ ਮੁਹਿੰਮ ਜੰਸਕਾਰ ਭੇਜੀ ਅਤੇ ਦੂਸਰੀ ਮੀਆਂ ਨਰੈਣੂ ਦੀ ਅਗਵਾਈ ਥੱਲੇ ਲਦਾਖ, ਰੂਪਸੂ, ਸ਼ਾਇਕ ਕੁਰਾਕੁਰਮ, ਲੁਬਰਾ, ਫੋਬਰੈਂਗ ਅਤੇ ਚਸ਼ੂਲ ਜ਼ਿਲ੍ਹਿਆਂ ਤੇ ਦੁਬਾਰਾ ਕਬਜ਼ਾ ਅਤੇ ਸ਼ਾਂਤੀ ਕਾਨੂੰਨ ਸਥਾਪਿਤ ਕਰਨ ਲਈ ਭੇਜੀ। ਸੰਨ 1841 ਵਿੱਚ ਜਿਨ੍ਹਾਂ ਨੇ ਵੀ ਸਿੱਖ ਹਕੂਮਤ ਦੇ ਖਿਲਾਫ ਬਗਾਵਤ ਕਰ ਦਿੱਤੀ ਸੀ, ਉਹ ਦਬਾ ਦਿੱਤੇ ਗਏ। ਕੂਲੀ ਅਤੇ ਟੱਟੂ ਜਿਹੜੇ ਸ਼੍ਰੀਨਗਰ ਵਾਦੀ ਤੋਂ ਇਸ ਸਿੱਖ ਮੁਹਿੰਮ ਨਾਲ ਗਏ ਸਨ, ਦੀਵਾਨ ਹਰੀ ਚੰਦ ਨੇ ਵਾਪਸ ਸ਼੍ਰੀਨਗਰ ਭੇਜ ਦਿੱਤੇ ਅਤੇ ਇਹਨਾਂ ਉੱਤੇ ਕੀਮਤੀ ਉੱਨ ਵੀ ਕਸ਼ਮੀਰ ਨੂੰ ਭੇਜੀ। ਤਜ਼ਾਰਤ ਦੁਬਾਰਾ ਖੋਲ੍ਹ ਦਿੱਤੀ ਗਈ। ਲਦਾਖ ਦੇ ਵਫਾਦਾਰ ਅਫਸਰਾਂ ਨੂੰ ਜਿਨ੍ਹਾਂ ਨੇ ਨਾਮਪੋ, ਰੰਗਜ਼ਾਨ, ਸੇਵੰਗ, ਟੋਬਡਾਨ ਅਤੇ ਆਚ ਕੋਮੋ ਸਨ, ਉਹਨਾਂ ਦੀਆਂ ਸਿੱਖ ਹਕੂਮਤ ਨੂੰ ਦਿੱਤੀਆਂ ਚੰਗੀਆਂ ਸੇਵਾਵਾਂ ਕਰਕੇ ਉਹਨਾਂ ਨੂੰ ਜਨਤਾ ਦੇ ਦਰਬਾਰ ਸੱਦ ਕੇ ਇੱਜ਼ਤ ਮਾਣ ਅਤੇ ਇਨਾਮ ਪ੍ਰਦਾਨ ਕੀਤੇ ਗਏ। ਸਾਰੀਆਂ ਕੀਮਤੀ ਵਸਤੂਆਂ, ਸੋਨੇ ਅਤੇ ਚਾਂਦੀ ਦੇ ਗਹਿਣੇ ਸ਼ਾਹੀ ਮਹੱਲਾਂ ਅਤੇ ਸਥਾਨਕ ਮਹੱਲ ਵਿੱਚੋਂ ਫੌਜ ਨੇ ਲੈ ਲਏ ਅਤੇ ਸਿੱਖ ਦਰਬਾਰ ਦੇ ਨਾਮ ਉੱਤੇ ਕਬਜ਼ੇ ਵਿੱਚ ਕਰ ਲਏ ਗਏ। ਪਰ ਇਹ ਸਭ ਮਾਲ ਸਿੱਖਾਂ ਦੀ ਢਹਿੰਦੀ ਕਲਾ ਤੱਕ ਕਿ ਜੰਮੂ ਵਿੱਚ ਹੀ ਗੁਲਾਬ ਸਿੰਘ ਨੇ ਹਜ਼ਮ ਕਰ ਲਿਆ। ਫੌਜਾਂ ਨੇ ਨਾ ਹੀ ਕਿਸੇ ਗੋਂਪਾ ਦੀ ਬੇਅਦਬੀ ਕੀਤੀ ਅਤੇ ਨਾ ਹੀ ਧਾਰਮਿਕ ਵਸਤੂਆਂ ਨੂੰ ਗੋਂਪਾ ਵਿੱਚੋਂ ਛੇੜਿਆ। ਭਾਵੇਂ ਸੰਨ 1841 ਵਿੱਚ ਲਦਾਖੀ ਬਾਗੀਆਂ ਨੇ ਲਦਾਖ ਵਿੱਚ ਹਿੰਦੂਆਂ ਦੇ ਮੰਦਰ ਸਾੜ ਦਿੱਤੇ ਸਨ ਅਤੇ ਖੁੱਲ੍ਹੇ ਤੌਰ ਤੇ ਮੰਦਰਾਂ ਦੀਆਂ ਧਾਰਮਿਕ ਵਸਤੂਆਂ ਦੀ ਬੇਅਦਬੀ ਕੀਤੀ ਸੀ, ਫਿਰ ਵੀ ਸਿੱਖਾਂ ਨੇ ਮੁੜ ਲਦਾਖ ਨੂੰ ਜਿੱਤਣ ਮਗਰੋਂ ਬੋਧੀਆਂ ਦੀਆਂ ਧਾਰਮਿਕ ਸਥਾਨਾਂ ਵੱਲ ਬੜੀ ਸ਼ਰਧਾ, ਸਬਰ, ਸਹਿਣਸ਼ੀਲਤਾ ਅਤੇ ਇੱਜ਼ਤ ਵਾਲਾ ਵਰਤਾਓ ਕੀਤਾ। ਧਾਰਮਿਕ ਸਥਾਨਾਂ ਦੀ ਪਵਿੱਤਰਤਾ ਪੂਰੀ ਤਰ੍ਹਾਂ ਕਾਇਮ ਰੱਖੀ ਅਤੇ ਖਾਲਸਾ ਸਰਕਾਰ ਵੱਲੋਂ ਸ਼ਾਮਲਾਤਾਂ ਜਾਗੀਰ ਵਜੋਂ ਦਿੱਤੀਆਂ ਗਈਆਂ। ਇਸ ਸੁਚੱਜੇ ਕਦਮ ਨੇ ਬੋਧੀਆਂ ਦੇ ਦਿਲਾਂ ਵਿੱਚ ਸਿੱਖ ਹਕੂਮਤ ਲਈ ਸਤਿਕਾਰ ਪੈਦਾ ਕਰ ਦਿੱਤਾ। ਚਿਮਰੇ ਦੀ ਲੜਾਈ। ਲਦਾਖ ਵਿੱਚ ਸਿੱਖ ਫੌਜਾਂ ਦੇ ਪਹੁੰਚਣ ਤੇ ਤਿੱਬਤੀ ਜੱਫੇ ਲੇਹ ਦੇ 30 ਮੀਲ ਦੱਖਣ ਪੱਛਮ ਅਤੇ ਦਰਿਆ ਸਿੰਧ ਦੇ ਉੱਤਰੀ ਕੰਢੇ ਉੱਤੇ ਚਿਮਰਾ ਵਾਦੀ ਵਿੱਚ ਚਿਮਰੇ ਦੇ ਗੋਂਪਾ ਵੱਲ ਪਿੱਛੇ ਹਟ ਗਈ। ਉਹਨਾਂ ਨੇ ਚਾਂਗਲਾ ਦਰੇ ਦੇ ਰਾਹੀਂ ਤਿੱਬਤ ਵਾਪਸ ਜਾਣ ਲਈ ਸਿੰਧ ਦਰਿਆ ਪਾਰ ਕਰਨ ਵਾਸਤੇ ਚਿਮਰੇ ਦੇ ਸਥਾਨ ਤੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੇ ਕਮਾਂਡਰ ਨੇ ਇਹ ਖਬਰ ਸੁਣ ਕੇ ਕਿ ਦੀਵਾਨ ਹਰੀ ਚੰਦ ਨੇ ਆਵਾਜਾਈ ਵਾਲੇ ਸਾਰੇ ਟੱਟੂ ਲਦਾਖ ਤੋਂ ਸ਼੍ਰੀਨਗਰ ਵਾਪਸ ਭੇਜ ਦਿੱਤੇ ਸਨ, ਲਦਾਖ ਤੇ ਮੁੜ ਕਬਜ਼ਾ ਕਰਨ ਲਈ ਫਿਰ ਕਿਸਮਤ ਅਜਮਾਉਣ ਦਾ ਫੈਸਲਾ ਕੀਤਾ। ਸਿੱਖ ਕਮਾਂਡਰ ਨੇ ਝੱਟ ਹੀ ਇਸ ਗੰਭੀਰ ਹਾਲਾਤ ਨੂੰ ਭਾਂਪ ਲਿਆ ਅਤੇ ਉਸਨੇ ਇਹ ਬਹਾਦਰਾਨਾ ਅਤੇ ਸ਼ਲਾਘਾਯੋਗ ਫੈਸਲਾ ਕੀਤਾ ਕਿ ਦੁਸ਼ਮਣ ਦੇ ਚਿਮਰੇ ਵਾਲੇ ਕਿਲੇ ਉੱਤੇ ਇੱਕਦਮ ਹਮਲਾ ਕੀਤਾ ਜਾਵੇ ਅਤੇ ਉਸ ਦੀ ਹਮਲੇ ਦੀ ਸ਼ਕਤੀ ਨਸ਼ਟ ਕਰ ਦਿੱਤੀ ਜਾਵੇ।
ਦੀਵਾਨ ਹਰੀਚੰਦ ਨੇ ਇਸ ਗੰਭੀਰ ਹਾਲਾਤ ਦਾ ਟਾਕਰਾ ਕਰਨ ਲਈ ਇਸ ਮੁਹਿੰਮ ਦੀ ਕਮਾਂਡ ਖੁਦ ਸੰਭਾਲ ਲਈ। ਉਸਨੇ ਲਦਾਖ ਵਿੱਚ ਕਾਨੂੰਨ ਅਤੇ ਸ਼ਾਂਤੀ ਸਥਾਪਿਤ ਰੱਖਣ ਲਈ ਥੋੜੀ ਜਿਹੀ ਫੌਜ ਰਹਿਣ ਦਿੱਤੀ ਅਤੇ ਬਾਕੀ ਸਾਰੀ ਫੌਜ ਨਾਲ ਲੈ ਕੇ ਲਦਾਖ ਤੋਂ ਮਾਰਚ ਕਰਕੇ ਚਿਮਰੇ ਗੋਂਪਾ ਨੂੰ ਰਾਤੋਂ ਰਾਤ ਹੀ ਜਾ ਘੇਰਾ ਪਾਇਆ। ਉਸਨੇ ਗੋਪਾ ਦੇ ਦੱਖਣ ਪੱਛਮ ਵੱਲ 800 ਗਜ ਦੇ ਫਾਸਲੇ ਤੇ ਇੱਕ ਪਹਾੜੀ ਉੱਤੇ ਕੁਝ ਤੋਪਾਂ ਲਿਜਾਣ ਅਤੇ ਬੀੜਨ ਦਾ ਪ੍ਰਬੰਧ ਕਰ ਲਿਆ। ਉਸਨੇ ਗੋਂਪਾ ਦੇ ਦੱਖਣ ਪੱਛਮ ਵੱਲੋਂ 800 ਗਜ ਦੇ ਫਾਸਲੇ ਤੇ ਇੱਕ ਪਹਾੜੀ ਉੱਤੇ ਕੁਝ ਤੋਪਾਂ ਲਿਜਾਣ ਅਤੇ ਬੀੜਨ ਦਾ ਪ੍ਰਬੰਧ ਕਰ ਲਿਆ। ਇਹ ਪਹਾੜੀ ਚਿਮਰੇ ਦੇ ਗੋਪਾ ਨਾਲੋਂ ਉੱਚੀ ਸੀ ਅਤੇ ਇਸ ਪੋਜੀਸ਼ਨ ਤੋਂ ਉਹਨਾਂ ਗੋਂਪਾ ਦੇ ਅੰਦਰ ਤਿੱਬਤੀ ਫੌਜ ਉੱਤੇ ਠੀਕ ਨਿਸ਼ਾਨੇ ਲਾ ਕੇ ਬਹੁਤ ਜ਼ੋਰ-ਸ਼ੋਰ ਨਾਲ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਗੋਂਪਾ ਦੇ ਅੰਦਰ ਪੀਣ ਵਾਲਾ ਪਾਣੀ ਬਾਹਰੋਂ ਇੱਕ ਆੜ ਦੇ ਰਾਹੀਂ ਲਿਆਇਆ ਜਾਂਦਾ ਸੀ। ਜਮੇਦਾਰ ਰਾਮ ਸਿੰਘ ਦੀ ਗਸ਼ਤੀ ਦਸਤਿਆਂ ਨੇ ਇਹ ਆੜ ਵੱਢ ਦਿੱਤੀ ਅਤੇ ਉਹਨਾਂ ਦੇ ਇਸ ਪੀਣ ਦੇ ਪਾਣੀ ਦੀ ਸਪਲਾਈ ਖਤਮ ਕਰ ਦਿੱਤੀ। ਗੋਲਾਬਾਰੀ ਨਾਲ ਉਹਨਾਂ ਦਾ ਬਹੁਤ ਜਾਨੀ ਨੁਕਸਾਨ ਹੋਇਆ। ਇਸ ਕਾਰਵਾਈ ਨੇ ਤਿੱਬਤੀ ਫੌਜਾਂ ਦਾ ਦਲ ਬਿਲਕੁਲ ਹੀ ਤੋੜ ਦਿੱਤਾ ਅਤੇ ਉਹਨਾਂ ਨੇ ਦੀਵਾਨ ਹਰੀਚੰਦ ਅੱਗੇ ਬਗੈਰ ਕਿਸੇ ਸ਼ਰਤ ਦੇ ਹਥਿਆਰ ਸੁੱਟ ਦਿੱਤੇ। ਉਹ ਸਾਰੇ ਜੰਗੀ ਕੈਦੀ ਬਣਾ ਲਏ ਗਏ। ਦੁਸ਼ਮਣ ਦੇ ਸਥਾਨਕ ਲਦਾਖੀ ਫੌਜੀ ਕਮਾਂਡਰਾਂ ਨੂੰ ਇਸ ਕਿਲੇ ਵਿੱਚੋਂ ਪਕੜ ਕੇ ਕੈਦੀ ਬਣਾ ਕੇ ਲਦਾਖ ਕਿਲੇ ਵਿੱਚ ਲਿਆਇਆ ਗਿਆ। ਬਾਕੀ ਸਾਰੇ ਦੂਸਰੇ ਤਿੱਬਤੀ ਕੈਦੀ ਕੁਮੇਦਾਨ ਸਰਦੂਲ ਸਿੰਘ ਦੀ ਦੇਖਭਾਲ ਥੱਲੇ ਚਿਮਰੇ ਵਿੱਚ ਹੀ ਬੰਦ ਕਰ ਦਿੱਤੇ ਗਏ। ਇਸ ਲੜਾਈ ਦੀ ਜਿੱਤ ਮਗਰੋਂ ਦੀਵਾਨ ਹਰੀਚੰਦ ਲਦਾਖ ਨੂੰ ਵਾਪਸ ਚਲਾ ਗਿਆ। ਚਿਮਰੇ ਦਾ ਗੋਂਪਾ ਉਸ ਵੇਲੇ ਹੈਮਿਸ ਦੇ ਸਭ ਤੋਂ ਵੱਡੇ ਗੋਂਪੇ ਦੇ ਅਧੀਨ ਹੁੰਦਾ ਸੀ ਅਤੇ ਉਹ ਮਸ਼ਹੂਰ ਗੋਪਾ ਦਰਿਆ ਸਿੰਧ ਤੋਂ ਪਾਰ 8 ਮੀਲ ਉੱਤਰ ਪੂਰਬ ਵੱਲ ਸੀ। ਹੈਮਿਸ ਦਾ ਮੁਖੀ ਲਾਮਾ ਉਸ ਵੇਲੇ ਬੜਾ ਚਤੁਰ ਤੇ ਚਲਾਕ ਮਨੁੱਖ ਸੀ। ਤਿੱਬਤੀ ਫੌਜ ਦੇ ਚਿਮਰੇ ਪਹੁੰਚਣ ਤੇ ਉਸਨੇ ਉਹਨਾਂ ਦੇ ਖਾਣ ਪੀਣ ਦਾ ਸਭ ਬੰਦੋਬਸਤ ਕੀਤਾ ਅਤੇ ਉਹਨਾਂ ਦੀ ਸਭ ਕਿਸਮ ਦੀ ਸਹਾਇਤਾ ਕੀਤੀ। ਹੁਣ ਉਸਨੇ ਦੀਵਾਨ ਹਰੀਚੰਦ ਨੂੰ ਵੀ ਚਿਮਰੇ ਦੇ ਸਥਾਨ ਤੇ ਤਿੱਬਤੀ ਫੌਜਾਂ ਦੇ ਖਿਲਾਫ ਅੱਗੇ ਵਾਸਤੇ ਕਾਰਵਾਈ ਕਰਨ ਲਈ ਸਭ ਸਹਾਇਤਾ ਦੇਣੀ ਪ੍ਰਵਾਨ ਕਰ ਲਈ। ਇਸ ਤਰ੍ਹਾਂ ਉਸ ਨੂੰ ਨਿਸ਼ਚਾ ਹੋ ਗਿਆ ਕਿ ਦੋਵਾਂ ਧਿਰਾਂ ਵਿੱਚੋਂ ਕੋਈ ਵੀ ਗੋਂਪਾ ਦੀ ਪਵਿੱਤਰਤਾ ਨੂੰ ਭੰਗ ਨਹੀਂ ਕਰੇਗੀ। ਕੈਦ ਤੋਂ 8 ਦਿਨ ਬਾਅਦ ਇੱਕ ਹਨੇਰੀ ਰਾਤ ਦੇ ਸਮੇਂ ਸਾਰੇ ਹੀ ਤਿੱਬਤੀ ਕੈਦੀ ਚਿਮਰੇ ਦੇ ਕੈਂਪ ਵਿੱਚੋਂ ਚੋਰੀ ਭੱਜ ਨਿਕਲੇ। ਉਹਨਾਂ ਨੇ ਕੈਂਪ ਦੇ ਪਹਿਰੇਦਾਰਾਂ ਤੇ ਮੰਤਰੀਆਂ ਨੂੰ ਜ਼ਬਰਦਸਤੀ ਦਬਾ ਲਿਆ ਅਤੇ ਉਹ ਕੈਦੀ ਭੱਜ ਕੇ ਲਾਗੇ ਹੀ ਇੱਕ ਉੱਚੀ ਪਹਾੜੀ ਦੀ ਚੋਟੀ ਉੱਤੇ ਜਾ ਚੜੇ। ਉਹਨਾਂ ਕੋਲ ਹਥਿਆਰ ਤੇ ਗੋਲੀ ਸਿੱਕਾ ਕੋਈ ਨਹੀਂ ਸੀ, ਪਰ ਉਹਨਾਂ ਨੇ ਪਹਾੜੀ ਦੀ ਚੋਟੀ ਉੱਤੇ ਬਹੁਤ ਜ਼ਿਆਦਾ ਪੱਥਰ ਦੇ ਵੱਟੇ ਇਕੱਠੇ ਕਰ ਲਏ ਅਤੇ ਇੱਕ ਪੱਥਰਾਂ ਦੀ ਕੰਧ ਖੜੀ ਕਰ ਲਈ। ਉਹਨਾਂ ਨੇ ਬਹੁਤ ਸਾਰੇ ਪਿੱਛਾ ਕਰਦੇ ਸਿੱਖ ਸਿਪਾਹੀਆਂ ਨੂੰ ਪੱਥਰ ਰੋੜ ਕੇ ਮਾਰ ਦਿੱਤਾ। ਅੰਤ ਵਿੱਚ ਬੜੀ ਸਖਤ ਲੜਾਈ ਮਗਰੋਂ ਸਿੱਖ ਸਿਪਾਹੀ ਦੁਬਾਰਾ ਕੁਝ ਸੈਂਕੜੇ ਕੈਦੀ ਫੜਨ ਵਿੱਚ ਸਫਲ ਹੋ ਗਏ। ਇਸ ਝੜਪ ਵਿੱਚ ਤਕਰੀਬਨ 200 ਤਿੱਬਤੀ ਕੈਦੀ ਬਚ ਕੇ ਰੰਡੋਕ ਨੂੰ ਵੀ ਭੱਜ ਜਾਣ ਵਿੱਚ ਸਫਲ ਹੋ ਗਏ। ਲਦਾਖ ਤੇ ਤਿੱਬਤੀ ਹਮਲਾ। ਤਿੱਬਤੀਆਂ ਦੇ ਮੁਖੀ ਕਮਾਂਡਰ ਪੀਸੀ ਸਾਟਾ ਨੂੰ ਲਦਾਖ ਅਤੇ ਚਿਮਰੇ ਦੇ ਸਥਾਨ ਤੇ ਆਪਣੀਆਂ ਫੌਜਾਂ ਦੀ ਸ਼ਰਮਨਾਕ ਹਾਰ ਉੱਤੇ ਬੜਾ ਗੁੱਸਾ ਆਇਆ। ਉਸਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਕੁਝ ਜਵਾਨਾਂ ਦੀ ਫੌਜ ਨਾਲ ਚਸ਼ੂਲ, ਲੁਕਾਂਗ ਅਤੇ ਟਾਂਗਸਟਸੇ ਦੇ ਰਸਤੇ ਨੁਬਰਾਵਾਦੀ ਵੱਲ ਕੂਚ ਕੀਤਾ। ਉਸ ਕੋਲ ਉਸ ਵੇਲੇ ਕੇਵਲ ਇੱਕ ਹੀ ਤੋਪ ਸੀ। ਇਹ ਵੀ ਤੋਪ ਉਸਨੇ ਸੰਨ 1841 ਵਿੱਚ ਟੋਯੋ ਦੇ ਸਥਾਨ ਤੇ ਜਰਨੈਲ ਜ਼ੋਰਾਵਰ ਸਿੰਘ ਦੀ ਫੌਜ ਕੋਲੋਂ ਖੋਈ ਸੀ। ਉਹ ਬਗੈਰ ਕਿਸੇ ਮੁਕਾਬਲੇ ਦੇ ਟਾਂਗਸਟਸੇ ਤੱਕ ਪਹੁੰਚ ਗਿਆ। ਉੱਥੇ ਪਹੁੰਚ ਕੇ ਲਾਗ ਯਾਗਮਾ ਦੇ ਸਥਾਨ ਤੇ ਕੈਂਪ ਲਾ ਦਿੱਤਾ। ਇਸ ਨਵੇਂ ਹਮਲੇ ਦੀ ਖਬਰ ਸੁਣ ਕੇ ਦੀਵਾਨ ਹਰੀਚੰਦ ਨੇ ਕੁਮੇਦਾਨ ਸਰਦੂਲ ਸਿੰਘ ਨੂੰ ਹੁਕਮ ਦਿੱਤਾ ਕਿ ਉਹ ਲਦਾਖ ਦੀ ਧਾਰ ਨੂੰ ਚਾਂਗਲਾ ਦੇ ਦਰਰੇ ਰਾਹੀਂ ਪਾਰ ਕਰਕੇ ਦੁਸ਼ਮਣ ਨੂੰ ਲਦਾਖ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਚਾਂਗਲੇ ਦਰਰੇ ਦੇ ਆਸ-ਪਾਸ ਮੋਰਚੇ ਸੰਭਾਲ ਲਏ। ਉਹ ਲਦਾਖ ਦੇ ਕਸਬੇ ਦੀ ਰੱਖਿਆ ਦਾ ਪ੍ਰਬੰਧ ਕੁਮੇਦਾਨ ਪਹਿਲਵਾਨ ਸਿੰਘ ਦੇ ਹੱਥਾਂ ਵਿੱਚ ਦੇ ਕੇ ਚਾਂਗਲੇ ਤੋਂ ਪਾਰ ਦਰਬੁਕ ਦੇ ਸਥਾਨ ਤੇ ਸਰਦੂਲ ਸਿੰਘ ਦੀ ਫੌਜ ਨਾਲ ਜਾ ਮਿਲਿਆ ਅਤੇ ਸਾਰੀ ਮੁਹਿੰਮ ਦੀ ਕਮਾਂਡ ਖੁਦ ਸੰਭਾਲ ਲਈ। ਹਰੀਚੰਦ ਦਾ ਦਰਬੁਕ ਦਾ ਕੈਂਪ ਵਿੱਚ ਪਹੁੰਚਣ ਤੇ ਦੀਵਾਨ ਹਰੀਚੰਦ ਨੂੰ ਪਤਾ ਲੱਗਾ ਕਿ ਤਿੱਬਤੀ ਫੌਜ ਉਸੇ ਹੀ ਰਾਤ ਉਸ ਦੀ ਫੌਜ ਦੇ ਦਰਬੁਕ ਦੇ ਕੈਂਪ ਤੇ ਅਚਨਚੇਤ ਹਮਲਾ ਕਰਨ ਦੀ ਤਿਆਰੀ ਕਰ ਰਹੀ ਸੀ। ਸਿੱਖ ਫੌਜ ਨੇ ਜਲਦੀ ਆਪਣੇ ਮੋਰਚੇਬੰਦੀ ਨੂੰ ਮਜ਼ਬੂਤ ਕਰ ਲਿਆ। ਪਹਾੜੀ ਮੈਦਾਨ ਅਤੇ ਦਰਿਆ ਦੇ ਖੜਿਆਂ ਕੰਢਿਆਂ ਉੱਤੇ ਦਰਬੁਕ ਦੇ ਲਾਗੇ ਮੋਰਚੇ ਬਣਾ ਲਏ ਅਤੇ ਰਾਤ ਨੂੰ ਦੁਸ਼ਮਣ ਦੇ ਹਮਲੇ ਦਾ
टाकरा करन लई पूरी तैयारी कर लई। तिब्बती फौज ने रात दे 10 वजे हमला किया। यह पूर्णमाशी दी रात सी। रात दी चंद दी चाननी पूरे जोबन दे सी। तिब्बती फौज पहाड़ी दे दामन दे नाल उपरले मैदान राही अगे वध रही सी। सिख फौजां उन्हां दीयां कारवाइयां नूं पूरी तरह देख सकदियां सन। उन्हां दे इस हमले नूं रोकण लई पूरी तैयारी सी। जिस समय तिब्बती फौजां कैंप तो कोई 200 गज उत्ते अते बंदूक दी गोली दी मार विच आ गईयां, सिख फौजां ने उन्हां उत्ते धुआंधार गोलियां चलाउणीਆਂ शुरू कर दित्तियां। दुश्मन नूं सिखां दी इस जवाबी कार्रवाई दी कोई आस नहीं सी अते ना ही ओह सिख फौज दीयां तोपां अते बंदूकां दी इस चंगे ढंग नाल हनेरे विच सही निशाना लाउण दी आस रखदे सन। तिब्बती फौजां दा आगू रुपसम विच लड़ाई विच सख्त जख्मी हो गया अते उसदा घोड़ा उस तों बेबस होकर लड़ाई दे मैदान विचों भज निकलिया। उसदी भाजड़ ने तिब्बतियां दे हौसले तोड़ दित्ते अते ओह अपनी छाउणी लाग यागमा वल उठ नठे। सिखां ने अपने अस्थानां चों निकल के दुश्मन दा उन्हां दे किले तक पिछा किया। तिब्बतियां दे कैंप दी राखी लई छड्डे होए रखियकां ने बड़ी बहादरी नाल इन्हां दा मुकाबला किया। सितंबर 1842 विच लाग यागमा दा युद्ध। सिख फौजां ने तिब्बती फौजां दे लाग यागमा दे वड्डे कैंप नूं घेरा पा लिया। इस कैंप दी रखिया दा प्रबंध तिब्बती फौजां ने बड़े सुचज्जे ढंग नाल कीता होया सी अते उन्हां दे मोर्चे बहुत मजबूत सन। तिब्बती फौजियां ने इस लड़ाई विच अग लाउण वाले तीर भी बरसाए। इस किस्म दे तीर तिब्बतियां ने सिखां दे खिलाफ पहली वारी ही वरतों विच लिआंदे। इन्हां तीरां दी मार 300 गज तक जांदी सी अते तिब्बतियां दा यह हमला बड़ा डराउणा, दिल हिलाउण वाला ते काफी खतरनाक सिद्ध होया। तिब्बती इस दी वरतों तो चंगी तरह जाणू सन अते उन्हां ने हमलावर सिख फौज विच भज दौड़ मचा दित्ती, जिन्हां ने इहो जिहे हथियार पहिलों कदी नहीं सन वेखे। सिख दस्तियां ने इस स्थान ते लगातार 8 दिन बार-बार रोजाना लगातार हमले कीते, परंतु वह दुश्मन दे कैंप दे बाहरले मोर्चे तोड़ के अंदर दाखल ना हो सके। 8वीं रात दा अखीरला हमला सिखां लई बहुत हानिकारक सिद्ध होया, क्यों जो सिखां उत्ते अगले दुश्मनी बंबां ते तीरां दी असरदायक वरतों ने उन्हां दा बहुत भारी नुकसान किया। कुमेदान दमजैद सिंह दी इकल्ली बटालियन दे ही 300 जवान शहीद होए अते 200 जवान इस आखिरी झड़प विच बुरी तरह झुलसे गए या जख्मी हो गए। इस नुकसान ने सिख फौज दा दिल तोड़ दिता सी अते ओह भज्जण ही वाले सन, पर दीवान हरीचंद ने इस गंभीर दशा उत्ते बड़ी हुशियारी नाल काबू पा लिया अते उन्हां नूं लड़ाई दे मैदान विच ही डटाई रखिया। उन्हां नूं अपणियां सिख रवायतां याद कराईयां अते लद्दाख तो चलण वेले अरदास दे वादे ते महानता याद करवाई तां खालसा फिर तैयार बर तैयार हो गया। सिखां दे इक जासूस तिब्बती फौज विच लद्दाखी कमांडर यंग पैजोल दान ने दीवान हरीचंद नूं चोरी-चोरी खबर भेजी कि दुश्मन दी छाउणी एक नीवीं जगह विच सी अते दुश्मन दे इस कैंप विच एक नदी दे पानी रोकण नाल हड़ लिआया जा सकदा सी। यह नदी सिख फौज दे कैंप दे नाल दी ही वगदी सी अते इस नदी उत्ते सिख फौज दा कब्जा सी अते सिखां दा यह कैंप दुश्मन दे कैंप नालों बहुत उच्ची जगह ते सी। सिखां ने गौ नाल इस सूचना की पड़ताल करवाई तां यह बिल्कुल ही ठीक निकली, जिस नाल नदी का सारा पानी दुश्मन के कैंप विच जा वड़िया अते दुश्मन के सारे कैंप ही पानी विच डुब गए। इस हड़ नाल दुश्मन का भारी जानी नुकसान होया अते उसका सारा साजो सामान, गोली सिक्का, बारूद अते रसद के भंडार भी तबाह हो गए। हुण उन्हां लई एक ही रस्ता रह गया सी कि सिखां अगे हथियार सुट के अपनी जान बचाउण। उन्हां ने हथियार सुट दिते। सुलह। तिब्बती आगू इस हार तो बाद सुलह लई मजबूर हो गया। सिखां ने दुश्मन नूं डुब्बी हुई छाणी विचों बाहर आउण दी आग्या दे दित्ती। तिब्बतियां ने अपने हथियार एक ढेर उत्ते सिख संतरियां दे सामने सुट दिते अते अपने आप नूं सिखां दे हवाले कर दिता। तिब्बतियां दे फड़े गए समान विच ओह तोपां ते हथियार भी शामिल सन जो तिब्बतियां ने टोयो दे युद्ध समय सिखां पासों खोए सन। तिब्बती कमांडर पीसी शाता अते जारखांग खरपोन नूं बंदी बना के लद्दाख जेल विच लिआंदा गया। एक होर तिब्बती आगू कालो ने बंदी बनन तो इनकार कर दिता अते ओह सिपाहियां नाल
लद्दाख ਦੇ ਨੇੜੇ ਇੱਕ ਮੁੱਠਭੇੜ ਵਿੱਚ ਮਾਰਿਆ ਗਿਆ। ਇਸ ਲੜਾਈ ਵਿੱਚ ਹੋਰ ਕਈ ਮਸ਼ਹੂਰ ਲਦਾਖੀ ਵੀ ਕੈਦੀ ਬਣਾਏ ਗਏ। ਉਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਵਿਅਕਤੀ ਇਹ ਸਨ। ਸੁਕਾਰਦੂ ਦਾ ਪਹਿਲਾ ਰਾਜਾ ਅਹਿਮਦ ਸ਼ਾਹ, ਲਦਾਖੀ ਵਜ਼ੀਰ ਮੌਰੋਪ ਸਟਾਂਜ਼ਨ, ਲਹਾਸਾ ਵਿੱਚ ਲਦਾਖੀ ਵਪਾਰਕ ਦੂਤ ਅਚੋ ਕੋਨਬਾ। ਸਨ 1842 ਵਿੱਚ ਲਦਾਖ ਦੀ ਸੰਧੀ। ਸਾਰੀ ਤਿੱਬਤੀ ਫੌਜ ਲਦਾਖ ਵਿੱਚ ਬੰਦੀ ਬਣਾ ਲਈ ਗਈ ਅਤੇ ਸਿੱਖ ਫੌਜਾਂ ਨੂੰ ਲਦਾਖ ਵਿੱਚ ਪੂਰਨ ਜਿੱਤ ਪ੍ਰਾਪਤ ਹੋਈ। ਸਿੱਖ ਵਕਾਰ, ਜਿਸ ਨੂੰ ਟੋਇਰ ਦੀ ਲੱਕ ਤੋੜਵੀਂ ਹਾਰ ਪਿੱਛੋਂ ਭਾਰੀ ਧੱਕਾ ਲੱਗਾ ਸੀ, ਇਸ ਨਵੀਂ ਜਿੱਤ ਨੇ ਦੁਬਾਰਾ ਲਦਾਖ ਅਤੇ ਪੱਛਮੀ ਤਿੱਬਤ ਵਿੱਚ ਸਥਾਪਿਤ ਕਰ ਦਿੱਤਾ। ਇਹ ਜੇਤੂ ਫੌਜ ਆਸਾਨੀ ਨਾਲ ਪੱਛਮੀ ਤਿੱਬਤ ਵਿੱਚ ਦਾਖਲ ਹੋ ਸਕਦੀ ਸੀ ਅਤੇ ਆਪਣੀ ਪਿਛਲੇ ਸਾਲ ਦੀ ਹਾਰ ਦਾ ਬਦਲਾ ਲੈ ਸਕਦੀ ਸੀ, ਪਰੰਤੂ ਲਹਾਸਾ ਦੇ ਆਗੂਆਂ ਅਤੇ ਲਾਹੌਰ ਦੇ ਸਿੱਖ ਦਰਬਾਰ ਦੇ ਅੰਗਰੇਜ਼ਾਂ ਨੇ ਆਪਣੇ ਫਾਇਦੇ ਲਈ ਵਿੱਚ ਪੈ ਕੇ ਦੋਹਾਂ ਵਿਚਕਾਰ ਫੈਸਲਾ ਕਰਵਾ ਦਿੱਤਾ। ਸਿੱਖਾਂ ਨੂੰ ਲਹਾਸਾ ਵਿੱਚ ਉਹ ਹੱਕ ਹੋਣਗੇ ਜੋ ਕਿ ਗਿਆਲਪੋ ਲਈ ਮੁੱਦਤਾਂ ਤੋਂ ਚਲੇ ਆਉਂਦੇ ਸਨ। ਅੰਗਰੇਜ਼ਾਂ ਨੇ ਸਿੱਖਾਂ ਤੇ ਚੀਨੀਆਂ ਦੇ ਦਰਮਿਆਨ ਇਸ ਨਵੀਂ ਲਿਖੀ ਗਈ ਸੰਧੀ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਵਿੱਚ ਬਹੁਤ ਹੀ ਮਹਾਨਤਾਪੂਰਵਕ ਹਿੱਸਾ ਪਾਇਆ। ਉਸ ਵਕਤ ਅੰਗਰੇਜ਼ਾਂ ਤੇ ਚੀਨੀਆਂ ਵਿਚਕਾਰ ਵੀ ਲੜਾਈ ਹੋ ਰਹੀ ਸੀ। ਅੰਗਰੇਜ਼ਾਂ ਨੇ ਹੁਸ਼ਿਆਰੀ ਨਾਲ ਸਿੱਖਾਂ ਦੇ ਹੱਕ ਤਿੱਬਤ ਵਿੱਚ ਕੁਰਬਾਨ ਕਰਕੇ ਚੀਨੀਆਂ ਨੂੰ ਖੁਸ਼ ਕਰ ਲਿਆ ਅਤੇ ਆਪਣੇ ਲਈ ਚੀਨ ਪਾਸੋਂ ਕਈ ਲਾਭ ਉਠਾ ਕੇ ਆਪਣੀ ਸੰਧੀ ਵਿੱਚ ਆਪਣੀ ਮਨਮਰਜ਼ੀ ਦੀਆਂ ਸ਼ਰਤਾਂ ਮਨਵਾ ਲਈਆਂ। ਅੰਗਰੇਜ਼ਾਂ ਨੇ ਚੀਨੀਆਂ ਕੋਲੋਂ ਆਪਣੇ ਵਾਸਤੇ ਬਹੁਤ ਲਾਭਵੰਦੀਆਂ ਸ਼ਰਤਾਂ ਮਨਾਈਆਂ, ਕਿਉਂ ਜੋ ਤਿੱਬਤ ਨਾ ਮਾਤਰ ਹੀ ਚੀਨ ਥੱਲੇ ਸੀ। ਉਹਨਾਂ ਨੇ ਅੰਗਰੇਜ਼ਾਂ ਨੂੰ ਪੱਛਮੀ ਤਿੱਬਤ ਨਾਲ ਸ਼ਾਲਾ ਦਾ ਵਪਾਰ ਕਰਨ ਦਾ ਦੁਬਾਰਾ ਅਧਿਕਾਰ ਦੇ ਦਿੱਤਾ, ਜੋ ਜਰਨੈਲ ਜ਼ੋਰਾਵਰ ਸਿੰਘ ਦੀ ਪੱਛਮੀ ਤਿੱਬਤ ਦੀ ਜਿੱਤ ਕਾਰਨ ਰੁਕ ਗਿਆ ਸੀ। ਸਿੱਖਾਂ ਅਤੇ ਚੀਨੀਆਂ ਦੇ ਵਿਚਕਾਰ ਲਦਾਖ ਦੇ ਸਥਾਨ ਤੇ ਇੱਕ ਸੰਧੀ ਤਿੱਬਤ ਦੇ ਖਾਸ ਨੁਮਾਇੰਦੇ ਪੀਸੀ ਸਾਟੂ ਅਤੇ ਸਿੱਖਾਂ ਵੱਲੋਂ ਵਜ਼ੀਰ ਰਤਨੂ ਰਾਹੀਂ ਲਿਖੀ ਗਈ। ਗਿਆਲਪੋ ਜਗਮਸਤ ਨਮਗੀਅਲ ਨੂੰ ਖਿਮਾ ਦੇ ਦਿੱਤੀ ਗਈ ਅਤੇ ਦੁਬਾਰਾ ਲਦਾਖ ਦਾ ਨਾਮ ਮਾਤਰ ਰਾਜਾ ਖਾਲਸਾ ਦਰਬਾਰ ਦਾ ਜਗੀਰਦਾਰ ਦੇ ਤੌਰ ਤੇ ਬਣਾ ਦਿੱਤਾ ਗਿਆ। ਲਦਾਖ ਵਿੱਚ ਦੀਵਾਨ ਹਰੀ ਚੰਦ ਨੇ ਮਗਨਾ ਥਾਣੇਦਾਰ ਨੂੰ ਸਿੱਖ ਦਰਬਾਰ ਵੱਲੋਂ ਗਵਰਨਰ ਸਥਾਪਿਤ ਕਰ ਦਿੱਤਾ। ਜੇਤੂ ਸਿੱਖ ਫੌਜਾਂ ਸਨ 1843 ਦੀ ਬਸੰਤ ਰੁੱਤ ਵਿੱਚ ਸੂਰੂਵਾਦੀ, ਬੋਟਕੋਲ ਦਰਾ ਅਤੇ ਕਿਸ਼ਤਵਾੜ ਰਾਹੀਂ ਹੁੰਦੀਆਂ ਹੋਈਆਂ ਜੰਮੂ ਵਾਪਸ ਪਹੁੰਚ ਗਈਆਂ। ਸਾਰੇ ਵਿਰੋਧੀ ਵਜ਼ੀਰ ਅਤੇ ਤਿੱਬਤੀ ਆਗੂ ਜੋ ਲਾਗ ਯਾਗਮਾ ਦੇ ਯੁੱਧ ਸਮੇਂ ਸਿੱਖਾਂ ਨੇ ਫੜੇ ਸਨ, ਜੰਮੂ ਲਿਆਂਦੇ ਗਏ ਅਤੇ ਉਹਨਾਂ ਨੂੰ ਪਹਿਰੇ ਥੱਲੇ ਰੱਖਿਆ ਗਿਆ। ਇਹਨਾਂ ਵਿੱਚੋਂ ਕੁਝ ਜੰਮੂ ਵਿੱਚ ਹੀ ਪੱਕੇ ਤੌਰ ਤੇ ਆਬਾਦ ਹੋ ਗਏ ਅਤੇ ਦੂਸਰਿਆਂ ਨੂੰ ਚੰਗੇ ਵਰਤਾਓ ਦੀ ਤਸੱਲੀ ਅਤੇ ਭਰੋਸਾ ਦਿਲਾਉਣ ਉੱਤੇ ਲਦਾਖ ਨੂੰ ਵਾਪਸ ਜਾਣ ਦੀ ਆਗਿਆ ਦੇ ਦਿੱਤੀ ਗਈ। ਸਨ 1846 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਦੇ ਮਗਰੋਂ ਅੰਮ੍ਰਿਤਸਰ ਦੀ ਸੰਧੀ ਰਾਹੀਂ ਲਦਾਖ ਦਾ ਇਹ ਸਾਰਾ ਖਾਲਸਾ ਦਰਬਾਰ ਦਾ ਇਲਾਕਾ ਰਾਜਾ ਗੁਲਾਬ ਸਿੰਘ ਨੂੰ ਸਿੱਖਾਂ ਨਾਲ ਧਰੋ ਕਰਨ ਦੇ ਇਵਜ਼ ਵਿੱਚ ਤੋਹਫਾ ਦੇ ਦਿੱਤਾ ਅਤੇ ਉਸ ਨੂੰ ਮਹਾਰਾਜੇ ਦਾ ਖਿਤਾਬ ਦੇ ਦਿੱਤਾ ਗਿਆ। ਇਸ ਸੰਧੀ ਅਨੁਸਾਰ ਜੰਮੂ ਤੇ ਕਸ਼ਮੀਰ ਰਾਜ ਸਿੱਖਾਂ ਤੋਂ ਖੋਹ ਕੇ ਮਹਾਰਾਜਾ ਗੁਲਾਬ ਸਿੰਘ ਨੂੰ ਦੇ ਦਿੱਤਾ ਗਿਆ, ਜਿਸ ਲਈ ਉਸਨੇ ਅੰਗਰੇਜ਼ਾਂ ਨੂੰ 75 ਲੱਖ ਰੁਪਇਆ ਕੀਮਤ ਅਦਾ ਕੀਤੀ। ਸਨ 1842 ਤੋਂ ਲੈ ਕੇ 1947 ਤੱਕ ਲਦਾਖ ਦੇ ਅੰਦਰੋਂ ਜਾਂ ਬਾਹਰੋਂ ਕੋਈ ਗੜਬੜ ਜਾਂ ਬਗਾਵਤ ਨਹੀਂ ਹੋਈ। ਲਦਾਖੀਆਂ ਨੇ ਆਪਣੀ ਕਿਸਮਤ ਤੇ ਭਰੋਸਾ ਰੱਖਿਆ ਅਤੇ ਸਨ 1846 ਤੋਂ ਲੈ ਕੇ 1947 ਤੱਕ ਜੰਮੂ ਦਰਬਾਰ ਦੇ ਵਫਾਦਾਰ ਨਾਗਰਿਕ ਬਣੇ ਰਹੇ। ਇਸ ਅਮਨ ਤੇ ਸ਼ਾਂਤੀ ਵਾਲੀ ਜ਼ਮੀਨ ਤੇ ਪਾਕਿਸਤਾਨੀ ਧਾੜਵੀਆਂ ਨੇ 1948 ਵਿੱਚ ਇੱਕ ਵਹਿਸ਼ੀਆਨਾ ਧਾਵਾ ਕੀਤਾ ਸੀ ਅਤੇ ਇਸ ਪਾਕ ਧਰਤੀ ਨੂੰ ਫਿਰਕਾ ਪ੍ਰਸਤੀ ਦੀ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨੀ ਧਾੜਵੀਆਂ ਨੇ ਲਦਾਖ ਵਿੱਚ ਬਹੁਤ ਲੁੱਟ ਖਸੁੱਟ ਮਚਾਈ। ਲਦਾਖ ਵਿੱਚ ਮੁਸਲਮਾਨਾਂ ਤੇ ਬੋਧੀਆਂ ਵਿੱਚ ਬਹੁਤ ਜ਼ਿਆਦਾ ਧਾਰਮਿਕ ਸਹਿਣਸ਼ੀਲਤਾ ਦੇ ਕਾਰਨ ਇੱਥੋਂ ਦੇ ਵਸਨੀਕ ਆਪਣੇ ਪਾਕਿਸਤਾਨੀ ਗਵਾਂਢੀਆਂ ਕੋਲੋਂ ਇਸ ਤਰ੍ਹਾਂ ਦੇ ਵਰਤਾਓ ਦੀ ਆਸ ਨਹੀਂ ਸਨ ਰੱਖਦੇ। ਪਾਕਿਸਤਾਨੀ ਧਾੜਵੀ ਮਈ 1948 ਵਿੱਚ ਸ਼ਾਇਕ ਵਾਦੀ ਵਿੱਚ ਬਿਆਗ ਡੰਗਡੋ ਅਤੇ ਸਿੰਧ ਦਰਿਆ ਦੇ ਨਾਲ-ਨਾਲ ਬਾਸਕੋ ਤੱਕ ਪਹੁੰਚਣ ਵਿੱਚ ਸਫਲ ਹੋ ਗਏ, ਪਰ ਉਹਨਾਂ ਦਾ ਲਦਾਖ ਦੀ ਵਾਦੀ ਵਿੱਚ ਅੱਗੇ ਵਧਣਾ ਉਸ ਸਮੇਂ ਤੱਕ ਰੋਕ ਦਿੱਤਾ ਜਦ ਤੱਕ ਕਿ ਭਾਰਤੀ ਫੌਜਾਂ ਲਦਾਖ ਵਿੱਚ ਪਹੁੰਚ ਨਾ ਗਈਆਂ। ਲਦਾਖੀ ਆਪਣੇ ਦੇਸ਼ ਦੇ ਖਿਲਾਫ ਇਸ ਅਪਵਿੱਤਰ ਜਹਾਜ਼ ਨੂੰ ਅਸਫਲ ਕਰਨ ਲਈ ਆਪਣੇ ਦੇਸ਼, ਧਰਤੀ ਅਤੇ ਕਿਸਮਤ ਦੀ ਰੱਖਿਆ ਕਰਨ ਲਈ ਇਕਮੁੱਠ ਹੋ ਕੇ ਖੜੇ ਹੋ ਗਏ।
ਗੋਪੀਆਂ ਦੇ ਲਾਮੇ ਜੋ ਲੜਾਈ ਦੇ ਅਸੂਲੀ ਤੌਰ ਤੇ ਖਿਲਾਫ ਹਨ, ਜੋ ਵੀ ਹਥਿਆਰ ਉਹਨਾਂ ਨੂੰ ਮਿਲੇ ਲੈ ਕੇ ਭਾਰਤੀ ਫੌਜ ਦੀ ਸਹਾਇਤਾ ਵਾਸਤੇ ਆ ਗਏ। ਲਦਾਖੀ ਛਾਪਾ ਮਾਰਾਂ ਨੇ, ਜੋ ਕਿ ਬੋਧੀ ਅਤੇ ਮੁਸਲਮਾਨਾਂ ਵਿੱਚੋਂ ਚੁਣੇ ਗਏ ਸਨ, ਧਾੜਵੀਆਂ ਦਾ ਜੀਵਨ ਤਰਸਯੋਗ ਅਤੇ ਮੁਸ਼ਕਿਲ ਬਣਾ ਦਿੱਤਾ। ਲਦਾਖੀ ਪਾਕਿਸਤਾਨੀ ਧਾੜਵੀਆਂ ਦੀਆਂ ਸਿੰਧਵਾਦੀ ਵਿੱਚ ਖਿਲਰੀਆਂ ਹੋਈਆਂ ਚੌਂਕੀਆਂ ਤੇ ਵੱਖਰੇ ਵੱਖਰੇ ਥਾਂ ਤੇ ਟੁੱਟ ਪਏ ਅਤੇ ਉਹਨਾਂ ਦੇ ਆਵਾਜਾਈ ਦੇ ਸਾਧਨ ਤੋੜ ਦਿੱਤੇ। ਲਦਾਖੀ ਫੌਜ ਨੇ ਭਾਰਤੀ ਫੌਜ ਦੀ ਸਹਾਇਤਾ ਨਾਲ ਧਾੜਵੀਆਂ ਨੂੰ ਬਹੁਤ ਹੀ ਜਾਨੀ ਨੁਕਸਾਨ ਪਹੁੰਚਾਇਆ ਅਤੇ 1949 ਦੇ ਅੰਤ ਤੱਕ ਬਚੇ ਖੁਚੇ ਪਾਕਿਸਤਾਨੀ ਚੋਰ ਬਾਟਲਾ ਦर्रे ਤੋਂ ਪਿੱਛੇ ਧੱਕ ਦਿੱਤੇ ਗਏ। ਪਰੰਤੂ ਵਾਪਸੀ ਉੱਤੇ ਪਾਕਿਸਤਾਨ ਧਾੜਵੀ ਆਪਣੇ ਨਾਲ ਬਹੁਤ ਜ਼ਿਆਦਾ ਪਸ਼ੂ, ਘੋੜੇ, ਭੇਡਾਂ ਅਤੇ ਲਦਾਖੀ ਇਸਤਰੀਆਂ ਨੂੰ ਵੀ ਚੁੱਕ ਕੇ ਲੈ ਗਏ। ਧਰਮ ਵਿੱਚ ਅੰਧ ਵਿਸ਼ਵਾਸ ਅਤੇ ਪਰਮਾਤਮਾ ਉੱਤੇ ਭਰੋਸਾ ਰੱਖਣ ਵਾਲੇ ਅਤੇ ਹਰ ਤਕਲੀਫ ਦੇ ਦੁੱਖ ਸੁੱਖ ਵਿੱਚ ਖੁਸ਼ ਰਹਿਣ ਵਾਲੇ ਲਦਾਖੀ ਸ਼ਹਿਰੀ ਇਸ ਧੱਕੇ ਤੇ ਹਮਲੇ ਤੋਂ ਬਾਅਦ ਫਿਰ ਪੈਰਾਂ ਤੇ ਖੜੇ ਹੋ ਗਏ। ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਤਰੱਕੀ ਕਰ ਰਹੇ ਹਨ ਅਤੇ ਆਧੁਨਿਕ ਕਸ਼ਮੀਰ ਦੀ ਪ੍ਰਗਤੀਵਾਦੀ ਹਕੂਮਤ ਥੱਲੇ ਖੁਸ਼ਹਾਲ ਹੋ ਰਹੇ ਹਨ। ਸਨ 1842 ਵਿੱਚ ਬਲਤਿਸਤਾਨ ਦੇ ਹਾਲਾਤ। ਮਾਰਚ 1842 ਤੱਕ ਬਾਲਟੀ ਰਾਜਿਆਂ ਨੇ ਸਿੱਖਾਂ ਦੇ ਖਿਲਾਫ ਬਗਾਵਤ ਕਰਕੇ ਉਹਨਾਂ ਪਾਸੋਂ ਸਾਰੇ ਹੀ ਛੋਟੇ-ਛੋਟੇ ਕਿਲੇ ਖੋਹ ਲਏ ਅਤੇ ਉੱਥੋਂ ਦੇ ਸੈਨਿਕ ਜਾਂ ਤਾਂ ਮਾਰ ਦਿੱਤੇ ਜਾਂ ਕੈਦੀ ਬਣਾ ਲਏ ਗਏ। ਉਹਨਾਂ ਨੂੰ ਨਿਆਲੀ ਅਤੇ ਸੁਕਾਰਦੂ ਦੀਆਂ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ। ਸਿੱਖਾਂ ਦੇ ਦੋਸਤ, ਰਾਜੇ ਤੇ ਅਮੀਰ ਲੋਕ ਜਾਂ ਤਾਂ ਕੈਦ ਕਰ ਲਏ ਗਏ ਜਾਂ ਮਾਰ ਦਿੱਤੇ ਗਏ। ਸਿੱਖਾਂ ਦਾ ਵਫਾਦਾਰ ਦੋਸਤ ਸ਼ਿਗਾਰ ਦਾ ਰਾਜਾ ਸੁਲੇਮਾਨ ਖਾਨ ਅਤੇ ਸੁਕਾਰਦੂ ਦਾ ਮੁਹੰਮਦ ਸ਼ਾਹ ਨੂੰ ਲੋਕਾਂ ਨੇ ਗੱਦੀ ਤੋਂ ਉਤਾਰ ਦਿੱਤਾ। ਸੁਕਾਰਦੂ ਅਤੇ ਸ਼ਿਗਾਰ ਦੇ ਰਾਜ ਉੱਤੇ ਕਾਚੂ ਹੈਦਰ ਖਾਨ ਨੇ ਬਦੋਬਦੀ ਕਬਜ਼ਾ ਕਰ ਲਿਆ। ਸਿੱਖਾਂ ਦਾ ਰਾਜ ਬਲਤਿਸਤਾਨ ਵਿੱਚ ਬਿਲਕੁਲ ਹੀ ਖਤਮ ਹੋ ਗਿਆ ਅਤੇ ਬਾਗੀਆਂ ਦੇ ਮਜ਼ਬੂਤ ਹੱਥਾਂ ਵਿੱਚ ਚਲਾ ਗਿਆ। ਅਧਿਆਇ 11ਵਾਂ ਜੰਸਕਾਰ ਅਤੇ ਬਲਤਿਸਤਾਨ ਦੀ ਦੁਬਾਰਾ ਜਿੱਤ। ਸਿੱਖ ਫੌਜੀ ਕਮਾਂਡਰ ਵਜ਼ੀਰ ਲਖਪਤ ਰਾਏ ਦਾ ਜੀਵਨ ਇਤਿਹਾਸ। ਵਜ਼ੀਰ ਲਖਪਤ ਰਾਏ ਮੁੱਢ ਤੋਂ ਹੀ ਕਿਸ਼ਤਵਾੜ ਦੇ ਰਾਜੇ ਦੀ ਨੌਕਰੀ ਵਿੱਚ ਸੀ। ਜਦੋਂ ਸਨ 1820 ਵਿੱਚ ਰਾਜਾ ਗੁਲਾਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਕਿਸ਼ਤਵਾੜ ਉੱਤੇ ਕਬਜ਼ਾ ਕਰ ਲਿਆ ਤਾਂ ਉਸਨੇ ਸਿੱਖ ਦਰਬਾਰ ਦੀ ਨੌਕਰੀ ਪ੍ਰਵਾਨ ਕਰ ਲਈ ਸੀ। ਇਸ ਵਾਸਤੇ ਜਰਨੈਲ ਜ਼ੋਰਾਵਰ ਸਿੰਘ ਨੂੰ ਤਨਖਾਹ ਆਖਿਰ ਤੱਕ ਸਿੱਖ ਦਰਬਾਰ ਵੱਲੋਂ ਮਿਲਦੀ ਰਹੀ। ਉਹ ਇੱਕ ਬਹੁਤ ਹੀ ਯੋਗ ਅਫਸਰ ਸੀ ਅਤੇ ਉਸਨੇ ਸਾਰਾ ਜੀਵਨ ਗੁਲਾਬ ਸਿੰਘ ਦੀ ਅਤੇ ਖਾਲਸਾ ਦਰਬਾਰ ਦੀ ਸੇਵਾ ਵਿੱਚ ਲੰਘਾ ਦਿੱਤਾ। ਉਸ ਨੂੰ ਗੁਲਾਬ ਸਿੰਘ ਵੱਲੋਂ ਬਹੁਤ ਸਾਰੀਆਂ ਮਹਾਨਤਾ ਵਾਲੀਆਂ ਫੌਜੀ ਮੁਹਿੰਮਾਂ ਤੇ ਭੇਜਿਆ ਗਿਆ ਅਤੇ ਉਸਨੇ ਸਦਾ ਆਪਣੇ ਆਪ ਨੂੰ ਬਹੁਤ ਕਾਮਯਾਬ ਅਫਸਰ ਸਿੱਧ ਕੀਤਾ। ਸਨ 1841 ਵਿੱਚ ਜਰਨੈਲ ਜ਼ੋਰਾਵਰ ਸਿੰਘ ਦੀ ਮੌਤ ਤੋਂ ਬਾਅਦ ਉਸ ਨੂੰ ਮੁੜ ਬਲਤਿਸਤਾਨ ਅਤੇ ਜੰਸਕਾਰ ਦੀ ਬਗਾਵਤ ਖਤਮ ਕਰਕੇ ਹੋਰ ਜਿੱਤਾਂ ਜਿੱਤਣ ਦਾ ਕੰਮ ਸੌਂਪਿਆ ਗਿਆ। ਉਸਨੇ ਇਹ ਕੰਮ ਸ਼ੇਖ ਮਹੀਉਦੀਨ ਤੋਂ ਕਸ਼ਮੀਰ ਜਿੱਤਣ ਵਾਸਤੇ ਕੀਤਾ। ਮੁਹਿੰਮ ਦੀ ਫੌਜ ਦਾ ਜਮ੍ਹਾਂ ਹੋਣਾ, ਕਾਰਗਿਲ ਤੇ ਚੜ੍ਹਾਈ। ਸਿੱਖ ਦਰਬਾਰ ਨੇ ਰਾਜਾ ਗੁਲਾਬ ਸਿੰਘ ਦੀ ਸਿਫਾਰਿਸ਼ ਉੱਤੇ ਵਜ਼ੀਰ ਲਖਪਤ ਰਾਏ ਨੂੰ ਬਲਤਿਸਤਾਨ ਅਤੇ ਜੰਸਕਾਰ ਦੀ ਮੁਹਿੰਮ ਦਾ ਕਮਾਂਡਰ ਸਥਾਪਿਤ ਕਰ ਦਿੱਤਾ। ਇਸ ਮੁਹਿੰਮ ਦੇ 300 ਜਵਾਨ ਰੱਖੇ ਗਏ। ਇਹ ਫੌਜ ਅਪ੍ਰੈਲ 1842 ਵਿੱਚ ਕਿਸ਼ਤਵਾੜ ਦੇ ਸਥਾਨ ਤੇ ਉਸਨੇ ਜਮ੍ਹਾਂ ਕਰ ਦਿੱਤੀ ਅਤੇ ਇਸ ਨੂੰ ਬੋਟਕੋਲ ਦर्रे ਦੇ ਰਸਤੇ ਸੂਰੂ ਅਤੇ ਕਾਰਗਿਲ ਦੇ ਦਰਮਿਆਨ ਹਰ ਪੜਾਅ ਉੱਤੇ ਅਥਵਾ ਸੂਰੂ, ਸੰਖੂ, ਕਤਖਸੇ ਦੇ ਕਿਲਿਆਂ ਉੱਤੇ ਉਹਨਾਂ ਦੀਆਂ ਤੰਗ ਘਾਟੀਆਂ ਉੱਤੇ ਕਬਜ਼ਾ ਕਰਨ ਲਈ ਬਾਗੀਆਂ ਨਾਲ ਮੁਕਾਬਲਾ ਕਰਨਾ ਪਿਆ ਅਤੇ ਕਈ ਲੜਾਈਆਂ ਲੜਨੀਆਂ ਪਈਆਂ। ਦੀਵਾਨ ਲਖਪਤ ਰਾਏ ਅਤੇ ਦੀਵਾਨ ਹਰੀ ਚੰਦ ਬੋਟਕੋਲ ਅਤੇ ਜੋਜ਼ੀਲਾ ਰਾਹੀਂ ਇੱਕੋ ਸਮੇਂ ਹੀ ਲਦਾਖ ਉੱਤੇ ਦੋ ਪਾਸੀ ਹਮਲਾ ਕਰਨ ਲਈ ਦਾਖਲ ਹੋ ਗਿਆ। ਸਖਤ ਲੜਾਈ ਮਗਰੋਂ ਕਾਰਗਿਲ ਤੇ ਕਬਜ਼ਾ ਕਰ ਲਿਆ ਗਿਆ। ਫਿਰ ਉਸਨੇ ਲਦਾਖ ਵੱਲ ਕੂਚ ਸ਼ੁਰੂ ਕੀਤਾ। ਜਦੋਂ ਲਖਪਤ ਰਾਏ ਕਾਰਗਿਲ ਵਿੱਚ ਦਾਖਲ ਹੋਇਆ ਤਦ ਤੱਕ ਹਰੀ ਚੰਦ ਕਾਰਗਿਲ ਛੱਡ ਕੇ ਪਸ਼ਕੂਮ ਤੋਂ ਵੀ ਅੱਗੇ ਜਾ ਚੁੱਕਾ ਸੀ। ਵਜ਼ੀਰ ਲਖਪਤ ਰਾਏ ਨੇ 1842 ਦੇ ਮਈ ਦੇ ਪਹਿਲੇ ਹਫ਼ਤੇ ਤੱਕ ਆਪਣੀ ਸਾਰੀ ਫੌਜ ਕਾਰਗਿਲ ਵਿੱਚ ਜਮ੍ਹਾਂ ਕਰ ਲਈ। ਬਲਤਿਸਤਾਨ ਦੀ ਲੜਾਈ ਦੀ ਤਿਆਰੀ ਵਾਸਤੇ ਉਸਨੇ ਕੁਝ ਦਿਨ ਕਾਰਗਿਲ ਵਿੱਚ ਆਰਾਮ ਕੀਤਾ। ਨਾਲ ਹੀ ਉੱਥੇ ਉਸਨੇ ਆਪਣੀ ਫੌਜ ਨੂੰ ਆਪਣੀ ਆਉਣ ਵਾਲੀ ਲੜਾਈ ਲਈ ਦੁਬਾਰਾ ਜਥੇਬੰਦ ਕੀਤਾ ਅਤੇ ਉਹਨਾਂ ਨੂੰ ਨਵੇਂ ਸਿਰਿਓਂ ਹਥਿਆਰਬੰਦ ਕਰਨ ਲਈ ਹਥਿਆਰ ਦਿੱਤੇ। ਬਲਤਿਸਤਾਨ ਦੀ ਜਿੱਤ, ਸੁਕਾਰਦੂ ਦੀ ਮੁਹਿੰਮ। ਵਜ਼ੀਰ ਲਖਪਤ ਰਾਏ ਨੇ ਮਈ 1820 ਵਿੱਚ ਕਾਰਗਿਲ ਤੋਂ ਸੁਕਾਰਦੂ ਨੂੰ ਕੂਚ ਕੀਤਾ।
उसनूं खबर मिली कि बाल्टी फौज ने उसका रस्ता रोकण लई ਸਿੰਘੋ ਦੇ तंग रस्ते राहीं वुल्फ लीप ਦੀ तंग घाटी ਦੇ ਸਥਾਨ ਤੇ दर्रे ਦੇ ਦੋਵੇਂ ਪਾਸੇ कारगिल ਤੋਂ ਸੁਕਾਰਦੂ ਵਾਲੀ विशेष सड़क उत्ते मजबूत मोर्चाबंदी की हुई सी। उसने अंदाजा लाया कि उस विशेष रस्ते दे नाल सफलता नाल अगे वधना सख्त लड़ाई तो बिना असंभव होवेगा अते इस लड़ाई विच सिखां दी फौज का बहुत भारी जानी नुकसान होवेगा। उसने कारगिल विच ठहरे हुए अपने फौजी दस्तियां नूं हुक्म दिता कि वह सीधी सड़क नूं रोकी बैठे दुश्मन दे मोर्चियां अते चौकियां उत्ते दुश्मन नूं धोखा देण लई बनावटी हमले करदे रहण तां कि वह खुद आप ਸਿੰਘੋਵਾਦੀ दे पच्छम वल डीओसाई दे मैदान दे मुश्किल रस्तियां विच दी दुश्मन नूं धोखा दे के चुपचाप ही अपनी सारी फौज सुकारदू पहुंचा सके। यह हैरानी वाली गल है कि इहो ही डीओसाई दे मैदानां वाला रस्ता सन 1948 विच पाकिस्तानियां दे जैड ब्रिगेड ने सुकारदू तो कारगिल उत्ते हमला करन समय अपनाया सी। वजीर लखपत राय ने किरकिचू पिंड दे सामने एक स्थानिक पुल तो ਸਿੰਘੋ दरिया नूं पार किया। यह अस्थान कारगिल तो लगभग ਸਿੰਘੋ दरिया के दक्षिण पच्छम वाल 7 मील के फासले ते सी। यह इतिहासिक किरकिचू का पुल पाकिस्तानी हमलावरां ने 1948 विच तबाह कर दिता सी। इस नूं अजे तक दोबारा नहीं बनाया गया, पर इसकी जगह भारतीय फौज ने सन 1948 विच झूलना पुल बनाया जिहड़ा कि अजे तक स्थापित है। लखपत की वड्डी फौज ने ਸਿੰਘੋ दरिया के पश्चिमी कंढे के नाल दक्षिण वाल नूं दरास अते ਸਿੰਘੋ दरियावां के संगम खाकसर के सामने तक कूच किया। उत्थों फिर यह फौज उस वेले दे सोने के केंद्र डालू नाग विच दी हुंदी होई सिंध दे उत्तरी कंढे के नाल पश्चिम वाल नूं कूच करदी होई ਸਿੰਘੋਵਾਦੀ विच दाखिल हो गई अते इस फौज ने दुश्मन के कारबस के किले उत्ते अचानक हमला कर दिता। दुश्मन नूं बिल्कुल ही यह पता ना लगा कि सिखां दी फौज ਸਿੰਘੋਵਾਦੀ वाले बहुत लंबे रस्ते राही सुकारदू नूं कूच कर रही सी। बाल्टी फौज के सारे ही सिपाही कारबस के किले विच लड़दे लड़दे मारे गए अते उन्हां विचों कोई भी आदमी बच के ना जा सकिया। सुकारदू तक इसकी कोई खबर ना पुजी। इस लड़ाई तो बाद फौज ने ਸਿੰਘੋ दे नाल डीओसाई दे उत्तरले मैदान विच दी सुकारदू वल कूच जारी कर दिता। इन्हां मैदानां विच उन्हां नूं श्रीनगर, बुरजील, डीओसाई अते सुकारदू दी वड्डी सड़क ते दुश्मन दा टाकरा करना पिया। फिर उन्हां ने बुरजील दे दर्रे नूं पार कीता अते फौजां दरिया सिंध दे नाल सुकारदू वादी विच चुप चपीतियां दाखिल हो गईयां। सुकारदू विच बाल्टी फौजां नूं सिख फौजी दस्तियां दे सुकारदू विच इस लंबे रस्ते राहीं आउण दा कोई खाबो ख्याल भी नहीं सी। उन्हां नूं पता उस वेले ही लगा जद कि यह फौज अचानक कराजून दे पिंड विच जा वड़ी। सिख फौजां दे सुकारदू वादी विच इस तरह अचनचेत आउण नाल ओह हक्के बक्के रह गए। बाल्टियां दा अंदाजा सी कि सिख अजे कारगिल विच ही पड़ाव करी बैठे सन अते काफी दिनां बाद कारगिल ਸਿੰਘੋ अते सिंध दरिया दे नाल वाली सुकारदू नूं जाण वाली वड्डी सड़क राहीं अगे वधणगे। सुकारदू ते मुड़ कब्जा। काचू हैदर खां सिखां दी इस मुहिम दी बाबत सूचना सुन के बिल्कुल ही घबरा गया। उसनूं हत्थां पैरां दी पै गई अते उसने सिख फौज नाल कोई लड़ाई ना कीती, पर वह सुकारदू दे वड्डे किले विच दाखिल हो गया अते किले दी मोर्चाबंदी संभाल के रखिया दी लड़ाई लड़न लई तैयारी करन लग पिया। किले विच उसने हथियार, बारूद, गोली सिक्का अते खुराक दा काफी भंडार इहो जिहे समय दी उडीक विच पहलों ही जमा किया होया सी। इसलिए वह सिख फौजां दे हमले दी बड़े हौसले ते भरोसे नाल उडीक करन लगा। वह काफी लंबी घेरे दी लड़ाई लड़न वास्ते तैयार सी। यह किला दरिया सिंध दे खब्बे अते सख्त चढ़ाई वाले किनारे उत्ते बहुत उच्ची पहाड़ी उत्ते बनिया होया सी अते यह बाल्टियां वल्लों अजित समझिया जांदा सी। कुटलिया अनुसार जदों किसी किस्म की सहायता की आस ना रहे तो रखिया करने वाले कमांडर नूं किले विच ही पनाह या आसरा लेना चाहिदा है, जिथे कि दुश्मन की फौज उसकी खुराक के भंडार, घाह, बालन वाली लकड़ी अते पानी की वरतों विच रुकावट ना पा सके। रखिया का ढंग अपनाउण नाल आदमियां अते पैसे का नुकसान घट जाएगा।
ਸਿੱਖਾਂ ਦੇ ਕਿਲੇ ਉੱਤੇ ਸਾਰੇ ਹਮਲੇ ਅਸਫਲ ਰਹੇ ਅਤੇ ਉਹਨਾਂ ਦਾ ਜਾਨੀ ਨੁਕਸਾਨ ਵੀ ਕਾਫੀ ਹੋਇਆ। ਬਾਲਟੀ ਬਾਗੀਆਂ ਨੇ ਆਪਣੇ ਮੋਰਚੇ ਬੜੀ ਮਜ਼ਬੂਤੀ ਨਾਲ ਸੰਭਾਲੇ ਹੋਏ ਸਨ। ਉਹਨਾਂ ਨੇ ਰੱਖਿਆ ਦੇ ਪ੍ਰਬੰਧ ਬਹੁਤ ਹੁਸ਼ਿਆਰੀ ਨਾਲ ਕੀਤੇ ਹੋਏ ਸਨ। ਕਿਲੇ ਵਿੱਚ ਦਾਖਲ ਹੋਣ ਲਈ ਰਸਤੇ ਬਹੁਤ ਥੋੜੇ ਤੇ ਮੁਸ਼ਕਲ ਸਨ। ਸਾਰੇ ਹੀ ਰਸਤੇ ਤੰਗ ਸਨ। ਉਹਨਾਂ ਦੀ ਢਲਵਾਨ ਬੜੀ ਸਖਤ ਸੀ ਅਤੇ ਨਾਲ ਹੀ ਸਖਤ ਚੜ੍ਹਾਈ ਸੀ। ਕਿਲੇ ਉੱਤੇ ਕਬਜ਼ਾ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਅਤੇ ਭਾਰੀ ਜਾਨੀ ਨੁਕਸਾਨ ਨਾਲ ਆਖਿਰਕਾਰ ਸਿੱਖ ਕਮਾਂਡਰ ਅਤੇ ਉਹਨਾਂ ਦੀਆਂ ਫੌਜਾਂ ਦਾ ਹੌਸਲਾ ਟੁੱਟਣ ਲੱਗ ਪਿਆ। ਸਿੱਖਾਂ ਨੇ ਆਪਣੇ ਜਾਸੂਸਾਂ ਦੇ ਰਾਹੀਂ ਦੁਸ਼ਮਣ ਦੇ ਇੱਕ ਜ਼ਿੰਮੇਵਾਰ ਅਫਸਰ ਮੁਹੰਮਦ ਅਲੀ ਨੂੰ ਵੱਡੀ ਦਿੱਤੀ, ਜਿਸ ਦੀ ਕਿ ਜ਼ਿੰਮੇਵਾਰੀ ਕਿਲੇ ਦੇ ਵੱਡੇ ਦਰਵਾਜ਼ੇ ਉੱਤੇ ਪਹਿਰਾ ਦੇਣ ਦੀ ਸੀ ਅਤੇ ਜਿਸ ਦੀ ਰੱਖਿਆ ਦੇ ਪ੍ਰਬੰਧਾਂ ਦਾ ਉਹ ਜ਼ਿੰਮੇਵਾਰ ਸੀ। ਉਹ ਅਫਸਰ ਬੜੀ ਜੱਦੋ-ਜਹਿਦ ਅਤੇ ਕੋਸ਼ਿਸ਼ ਮਗਰੋਂ ਸਿੱਖ ਫੌਜ ਦੇ ਕਿਲੇ ਦੇ ਅੰਦਰ ਚੁੱਪਚਾਪ ਛੁਪ ਕੇ ਦਾਖਲ ਕਰਾਉਣ ਲਈ ਰਾਤ ਨੂੰ ਦਰਵਾਜ਼ਾ ਖੋਲ੍ਹਣ ਅਤੇ ਬਾਹਰਲੀ ਫਸੀਲ ਤੋਂ ਪਹਿਰੇਦਾਰਾਂ ਨੂੰ ਉਸ ਸਮੇਂ ਹਟਾਉਣ ਲਈ ਮੰਨ ਗਿਆ। ਇਸ ਵਾਰ ਵੀ ਫਿਰ ਇੱਕ ਵਾਰ ਜਦੋਂ ਸਿੱਧੀ ਲੜਾਈ ਕਿਲੇ ਉੱਤੇ ਕਬਜ਼ਾ ਕਰਨ ਲਈ ਅਸਫਲ ਰਹੀ ਤਾਂ ਸਿੱਖ ਅਫਸਰ ਦੁਸ਼ਮਣ ਨਾਲ ਧੋਖੇਬਾਜ਼ੀ ਅਤੇ ਉਸ ਦੇ ਬੇਵਫਾ ਅਫਸਰਾਂ ਨਾਲ ਸਾਜ਼ਿਸ਼ ਕਰਕੇ ਕਿਲੇ ਉੱਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਏ। ਇਹ ਲੜਾਈ ਦਾ ਢੰਗ ਕੁਟੱਲਿਆ ਦੀ ਸਿੱਖਿਆ ਅਨੁਸਾਰ ਸਫਲ ਰਿਹਾ। ਦੁਸ਼ਮਣ ਦੀ ਫੌਜ ਨੂੰ ਭੜਕਾਉਣਾ, ਉਹਨਾਂ ਵਿੱਚ ਬਗਾਵਤ ਕਰਾਉਣੀ ਅਤੇ ਉਸ ਨੂੰ ਇਸ ਤਰੀਕੇ ਨਾਲ ਤਬਾਹ ਕਰਨਾ ਲੜਾਈ ਦੀ ਇੱਕ ਬੜੀ ਚਤੁਰਤਾ ਭਰਪੂਰ ਚਾਲ ਹੈ ਅਤੇ ਇੱਕ ਲੜਾਈ ਜਿੱਤਣ ਲਈ ਵਿਸ਼ੇਸ਼ਤਾ ਦਾ ਚਿੰਨ੍ਹ ਹੈ। ਬਗਾਵਤ, ਸਾਜ਼ਿਸ਼ ਅਤੇ ਧੋਖੇਬਾਜ਼ੀ ਰਾਹੀਂ ਇਸ ਗੱਦਾਰ ਅਫਸਰ ਦੀ ਸਹਾਇਤਾ ਨਾਲ ਰਾਤ ਦੇ ਹਨੇਰੇ ਵਿੱਚ ਸਿੱਖ ਫੌਜ ਕਿਲੇ ਵਿੱਚ ਬਗੈਰ ਲੜਾਈ ਜਾਂ ਰੁਕਾਵਟ ਦੇ ਦਾਖਲ ਹੋ ਗਈ। ਸਾਰੀ ਫੌਜ ਵੱਡੇ ਦਰਵਾਜ਼ੇ ਅਤੇ ਪਹਾੜੀ ਵੱਲ ਦੇ ਫਸੀਲ ਵਾਲੇ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋ ਗਈ। ਦੁਸ਼ਮਣ ਦੀ ਕਿਲੇ ਵਿੱਚ ਦੀ ਫੌਜ ਦੇ ਬਹੁਤ ਸਾਰੇ ਜਵਾਨ ਅਚਾਨਕ ਹਮਲਾ ਹੋਣ ਕਰਕੇ ਨਿਹੱਥੇ ਹੀ ਕਾਬੂ ਕਰ ਲਏ ਗਏ ਅਤੇ ਮਾਰ ਦਿੱਤੇ ਗਏ। ਪਰੰਤੂ ਕੁਝ ਬਾਲਟੀ ਸਿਪਾਹੀਆਂ ਨੇ ਆਪਣੀ ਅਣਖ ਕਾਇਮ ਰੱਖਦਿਆਂ ਹੋਇਆਂ ਦੁਸ਼ਮਣ ਦੇ ਹੱਥ ਆਉਣ ਤੋਂ ਦਰਿਆ ਸਿੰਧ ਵਿੱਚ ਛਾਲਾ ਮਾਰ ਕੇ ਨਿਕਲ ਜਾਣਾ ਜਾਂ ਡੁੱਬ ਕੇ ਮਰ ਜਾਣਾ ਚੰਗਾ ਸਮਝਿਆ। ਕਈ ਸੈਨਿਕ ਤਰ ਕੇ ਸ਼ਿਕਾਰ ਤੱਕ ਪਹੁੰਚਣ ਵਿੱਚ ਸਫਲ ਹੋ ਗਏ। ਬਹੁਤ ਸਾਰੇ ਬਾਗੀ ਦਰਿਆ ਵਿੱਚ ਹੀ ਡੁੱਬ ਕੇ ਮਰ ਗਏ। ਇਸ ਤਰ੍ਹਾਂ ਸੁਕਾਰਦੂ ਦਾ ਕਾਰਪੁੰਛੇ ਦਾ ਕਿਲਾ ਵਜ਼ੀਰ ਲਖਪਤ ਰਾਏ ਦੇ ਹੱਥਾਂ ਵਿੱਚ ਆ ਗਿਆ ਅਤੇ ਉੱਥੇ ਖਾਲਸੇ ਦਾ ਕੇਸਰੀ ਝੰਡਾ ਝੁਲਾਇਆ ਗਿਆ। ਕਾਚੂ ਹੈਦਰ ਖਾਨ ਕਿਲੇ ਵਿੱਚੋਂ ਬਚ ਕੇ ਭੱਜ ਜਾਣ ਵਿੱਚ ਸਫਲ ਹੋ ਗਿਆ ਤੇ ਉਸਨੇ ਸਿੰਧ ਤੋਂ ਪਾਰ ਹੋ ਕੇ ਆਸਕੋਲੇ ਵਿੱਚ ਪਨਾਹ ਲੈ ਲਈ। ਜਦੋਂ ਉਹ ਯਾਰਕੰਦ ਵੱਲ ਬਚ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਆਸਕੋਲੇ ਦੇ ਸਥਾਨ ਤੇ ਖਪਾਲੂ ਦੇ ਰਾਜਾ ਦੌਲਤ ਖਾਨ ਨੇ ਉਸਨੂੰ ਫੜ ਲਿਆ ਅਤੇ ਉਸਨੂੰ ਉਹਨਾਂ ਨੇ ਵਜ਼ੀਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ, ਜਿਸ ਨੇ ਉਸਨੂੰ ਕੈਦੀ ਬਣਾ ਕੇ ਜੰਮੂ ਭੇਜ ਦਿੱਤਾ। ਜੰਮੂ ਦਰਬਾਰ ਨੇ ਉਸਨੂੰ ਸਿੱਖ ਦਰਬਾਰ ਦੀ ਮਨਜ਼ੂਰੀ ਨਾਲ ਪੈਨਸ਼ਨ ਦੇ ਦਿੱਤੀ ਅਤੇ ਉਹ 10 ਸਾਲ ਪੈਨਸ਼ਨ ਖਾਣ ਦੇ ਬਾਅਦ ਜੰਮੂ ਵਿੱਚ ਹੀ ਮਰ ਗਿਆ। ਵਜ਼ੀਰ ਲਖਪਤ ਰਾਏ ਨੇ ਖਾਰਪੁੰਛੇ ਦਾ ਕਿਲਾ ਢਾਹ ਦਿੱਤਾ ਅਤੇ ਨਵਾਂ ਕਿਲਾ, ਜਿਸ ਦੀ ਕਿ ਨੀਂਹ ਜਰਨੈਲ ਜ਼ੋਰਾਵਰ ਸਿੰਘ ਨੇ ਸੰਨ 1840 ਵਿੱਚ ਰੱਖੀ ਸੀ, ਪੂਰੀ ਤਰ੍ਹਾਂ ਉਸਾਰ ਦਿੱਤਾ। ਇਹ ਕਿਲਾ ਬੜਾ ਮਜ਼ਬੂਤ ਸੀ। ਥਾਣੇਦਾਰ ਭਗਵਾਨ ਸਿੰਘ, ਜਿਸ ਨੂੰ ਸੰਨ 1841 ਵਿੱਚ ਬਾਲਟੀਆਂ ਨੇ ਕੈਦ ਕਰ ਲਿਆ ਸੀ, ਮੁੜ ਦੁਬਾਰਾ ਕਿਲੇ ਵਿੱਚ ਬੜੀ ਸ਼ਾਨ ਸ਼ੌਕਤ ਨਾਲ ਲਿਆਂਦਾ ਗਿਆ ਅਤੇ ਉਸ ਦੇ ਥੱਲੇ 300 ਜਵਾਨ ਰੱਖ ਦਿੱਤੇ ਗਏ ਅਤੇ ਉਹ ਉੱਥੇ ਦਾ ਹੁਕਮਰਾਨ ਗਵਰਨਰ ਨਿਯੁਕਤ ਕੀਤਾ ਗਿਆ। ਸੁਕਾਰਦੂ ਦੇ ਲੋਕਾਂ ਨੂੰ ਉਹਨਾਂ ਦੀ ਬਗਾਵਤ ਕਰਨ ਦੇ ਜੁਰਮ ਵਿੱਚ ਲੋੜੀਂਦਾ ਭਾਰੀ ਨੁਕਸਾਨ ਅਤੇ ਲਗਾਨ ਦੇਣਾ ਪਿਆ। ਸੁਕਾਰਦੂ ਦੇ ਕਿਲੇ ਵਿੱਚ ਫੌਜਾਂ ਦੀ ਦੇਖਭਾਲ ਵਾਸਤੇ ਨਵਾਂ ਸਾਲਾਨਾ ਲਗਾਨ ਵੀ ਨਿਯਤ ਕੀਤਾ ਗਿਆ। ਮੁਹੰਮਦ ਸ਼ਾਹ ਨੂੰ ਦੁਬਾਰਾ ਸੁਕਾਰਦੂ ਦਾ ਰਾਜਾ ਬਣਾ ਦਿੱਤਾ ਗਿਆ। ਖਪਾਲੂ ਦੇ ਰਾਜਾ ਦੌਲਤ ਅਲੀ ਖਾਂ, ਕਿਰੀਜ਼ ਦੇ ਖੋਰਮ ਖਾਨ ਅਤੇ ਕਾਤਕਸਾ ਦੇ ਸ਼ੇਰ ਅਲੀ ਖਾਂ ਨੂੰ ਸਿੱਖ ਦਰਬਾਰ ਨਾਲ ਵਫਾਦਾਰੀ ਵਜੋਂ ਸਰਕਾਰੀ ਤੌਰ ਤੇ ਇਨਾਮ, ਸਿਰੋਪਾ ਅਤੇ ਇੱਜ਼ਤ ਬਖਸ਼ੀ ਗਈ। ਉਹ ਆਪੋ ਆਪਣੇ ਰਾਜਾਂ ਦੇ ਫਿਰ ਹੁਕਮਰਾਨ ਬਣਾ ਦਿੱਤੇ ਗਏ। ਪੱਕਾ ਕਰਨਾ, ਸ਼ਿਗਾਰ, ਰੋਂਦੂ ਅਤੇ ਅਸਤੌਰ ਤੇ ਮੁੜ ਕਬਜ਼ਾ। ਸੁਕਾਰਦੂ ਵਿੱਚ ਸਿੱਖ ਹਕੂਮਤ ਮਜ਼ਬੂਤ ਕਰਨ ਤੋਂ ਬਾਅਦ ਵਜ਼ੀਰ ਨੇ ਸ਼ਿਗਾਰਵਾਦੀ ਦੇ ਨਾਲ-ਨਾਲ ਸ਼ਿਗਾਰ ਤੱਕ ਫਤਿਹ ਦਾ ਕੂਚ ਕਰਕੇ ਸ਼ਿਗਾਰ ਵਿੱਚ ਅਮਨ ਖਾਂ ਨੂੰ ਉਸਦੇ ਪਿਤਾ ਸੁਲੇਮਾਨ ਦੀ ਥਾਂ, ਜਿਸ ਨੂੰ ਕਿ ਬਾਗੀਆਂ ਨੇ ਮਾਰ ਦਿੱਤਾ ਸੀ, ਰਾਜ ਗੱਦੀ ਉੱਤੇ ਬਿਠਾ ਦਿੱਤਾ। ਉਹ ਸਿੱਖ ਹਕੂਮਤ ਦਾ ਬਗਾਵਤ ਵੇਲੇ ਵੀ ਵਫਾਦਾਰ ਰਿਹਾ ਸੀ। ਲਖਪਤ ਰਾਏ ਨੇ ਇੱਕ ਮੁਹਿੰਮ ਵਾਸ਼ਾ ਜੰਗਲ ਦੇ ਰਾਹੀਂ ਰੋਂਦੂ ਭੇਜੀ। ਰੋਂਦੂ ਬਗੈਰ ਕਿਸੇ ਲੜਾਈ ਦੇ ਉਸਦੇ ਕਬਜ਼ੇ ਵਿੱਚ ਆ ਗਿਆ। ਅਲੀ ਖਾਂ ਨੂੰ ਦੁਬਾਰਾ ਰੋਂਦੂ ਦਾ ਰਾਜਾ ਸਥਾਪਿਤ ਕਰ ਦਿੱਤਾ ਗਿਆ, ਪਰੰਤੂ ਉਸਦੇ ਪੁੱਤਰ ਨੂੰ ਵਜ਼ੀਰ ਲਖਪਤ ਰਾਏ ਆਪਣੇ ਨਾਲ ਹੀ ਜੰਮੂ ਲੈ ਗਿਆ
ਤਾਂ ਕਿ ਬੰਦੀ ਦੇ ਡਰ ਨਾਲ ਉਹ ਅੱਗੇ ਲਈ ਵਫਾਦਾਰੀ ਦਾ ਦਮ ਭਰਦਾ ਰਹੇ। ਰੋਂਦੂ ਤੋਂ ਲਖਪਤ ਰਾਏ ਨੇ ਅਸਤੌਰ ਨੂੰ ਕੂਚ ਕੀਤਾ। ਅਸਤੌਰ ਦਾ ਰਾਜਾ ਜਲੂ ਖਾਂ ਕਿਲੇ ਵਿੱਚ ਜਾ ਵੜਿਆ ਅਤੇ ਉੱਥੇ ਪਨਾਹ ਲੈ ਕੇ ਕਿਲੇ ਦੀ ਮੋਰਚਾਬੰਦੀ ਨੂੰ ਉਸਨੇ ਮਜ਼ਬੂਤ ਕਰ ਲਿਆ। ਸਿੱਖ ਸਿਪਾਹੀਆਂ ਨੇ ਅਸਤੌਰ ਦੇ ਕਿਲੇ ਦਾ ਮੁਹਾਸਰਾ ਕਰ ਲਿਆ। 60 ਦਿਨਾਂ ਦੇ ਲੰਬੇ ਮੁਹਾਸਰੇ ਮਗਰੋਂ ਘਿਰੀ ਹੋਈ ਭੁੱਖੀ ਫੌਜ ਨੇ ਸਿੱਖਾਂ ਅੱਗੇ ਬਗੈਰ ਸ਼ਰਤ ਦੇ ਹਥਿਆਰ ਸੁੱਟ ਦਿੱਤੇ ਅਤੇ ਸਿੱਖ ਦਰਬਾਰ ਦੀ ਅਧੀਨਗੀ ਸਵੀਕਾਰ ਕਰ ਲਈ। ਇੱਕ ਅਮਨ ਸੰਧੀ ਲਿਖੀ ਗਈ ਅਤੇ ਉਹਨਾਂ ਕੋਲੋਂ ਲੜਾਈ ਦਾ ਨੁਕਸਾਨ ਭਰਿਆ ਗਿਆ। ਰਾਜਾ ਬਕਾਇਦਾ ਤੌਰ ਤੇ ਸਿੱਖ ਦਰਬਾਰ ਨੂੰ ਵਾਰਸ਼ਿਕ ਲਗਾਨ ਦੇਣਾ ਮੰਨ ਗਿਆ। ਅਸਤੌਰ ਦੇ ਮਸਲਿਆਂ ਨੂੰ ਨਜਿੱਠਣ ਤੋਂ ਬਾਅਦ ਵਜ਼ੀਰ ਲਖਪਤ ਰਾਏ ਸੁਕਾਰਦੂ ਨੂੰ ਵਾਪਸ ਮੁੜ ਗਿਆ। ਕਾਰਗਿਲ ਵੱਲ ਵਾਪਸੀ। ਬਲਤਿਸਤਾਨ ਦੀ ਰੱਖਿਆ ਦਾ ਪ੍ਰਬੰਧ ਕਰ ਚੁੱਕਣ ਤੋਂ ਬਾਅਦ ਅਤੇ ਸਾਰੇ ਮਸਲਿਆਂ ਨੂੰ ਹੱਲ ਕਰਕੇ ਵਜ਼ੀਰ ਲਖਪਤ ਰਾਏ ਨੇ ਬਗੀਚਾ ਅਤੇ ਖਰਲ ਪੁਲ ਦੇ ਰਸਤੇ ਵਾਪਸ ਕਾਰਗਿਲ ਵੱਲ ਕੂਚ ਕਰ ਦਿੱਤਾ। ਉਸਨੇ ਜੰਮੂ ਵੱਲ ਵਾਪਸ ਜਾਂਦਿਆਂ ਹੋਇਆਂ ਆਪਣੇ ਨਾਲ ਕੁਝ ਗਿਣਤੀ ਵਿੱਚ ਬਾਲਟੀ ਵਜ਼ੀਰ ਕੈਦੀਆਂ ਦੇ ਤੌਰ ਤੇ ਲੈ ਲਏ। ਵਾਪਸੀ ਸਮੇਂ ਉਸਨੇ ਕਾਰਗਿਲ, ਦਰਾਸ ਅਤੇ ਸੂਰੂ ਕਿਲਿਆਂ ਦੇ ਇਲਾਕਿਆਂ ਵਿੱਚ ਅਮਨ ਸਥਾਪਿਤ ਕਰਨ ਲਈ ਛੋਟੇ-ਛੋਟੇ ਦਸਤੇ ਨਿਯੁਕਤ ਕਰ ਦਿੱਤੇ। ਉਸਨੇ ਉਹਨਾਂ ਸਭ ਮੁਖੀ ਬਾਗੀ ਆਗੂਆਂ ਨੂੰ ਜਿਨ੍ਹਾਂ ਨੇ ਸੰਨ 1842 ਵਿੱਚ ਬਲਤਿਸਤਾਨ, ਕਾਰਗਿਲ, ਸੂਰੂ ਅਤੇ ਸੋਟ ਵਿੱਚ ਸਿੱਖਾਂ ਦੇ ਖਿਲਾਫ ਬਗਾਵਤ ਕਰਨ ਲਈ ਸਾਜ਼ਿਸ਼ ਕੀਤੀ ਸੀ, ਪਿੰਡਾਂ ਵਿੱਚ ਜਨਤਾ ਦੇ ਸਾਹਮਣੇ ਫਾਂਸੀ ਤੇ ਲਟਕਾ ਦਿੱਤਾ। ਇਸ ਸਖਤ ਕਾਰਵਾਈ ਅਤੇ ਸਜ਼ਾ ਨੇ ਲੋਕਾਂ ਤੇ ਬੜਾ ਡੂੰਘਾ ਅਸਰ ਪਾਇਆ। ਉਹਨਾਂ ਨੇ ਫਿਰ ਕਦੇ ਸਿੱਖ ਹਕੂਮਤ ਦੇ ਖਿਲਾਫ ਬਗਾਵਤ ਕਰਨ ਦੀ ਕੋਸ਼ਿਸ਼ ਜਾਂ ਹੌਸਲਾ ਹੀ ਨਾ ਕੀਤਾ। ਜੰਸਕਾਰ ਦੀ ਦੁਬਾਰਾ ਜਿੱਤ। ਜਰਨੈਲ ਜ਼ੋਰਾਵਰ ਸਿੰਘ ਦੀ ਪੱਛਮੀ ਤਿੱਬਤ ਦੀ ਹਾਰ ਅਤੇ ਮੌਤ ਦੀ ਖਬਰ ਸੁਣ ਕੇ ਜੰਸਕਾਰ ਦੇ ਲੋਕਾਂ ਨੇ ਵੀ ਆਪਣੇ ਗਿਆਲਪੋ ਚੋਮਾਰ ਦੀ ਸਲਾਹ ਨਾਲ ਜੰਸਕਾਰ ਵਿੱਚ ਬਗਾਵਤ ਕਰ ਦਿੱਤੀ ਤੇ ਉਹਨਾਂ ਨੇ ਸਾਰੇ ਹੀ ਸਿੱਖ ਸਿਪਾਹੀ ਜੋ ਉੱਥੇ ਰਹਿੰਦੇ ਸਨ ਮੌਤ ਦੇ ਘਾਟ ਉਤਾਰ ਦਿੱਤੇ। ਵਜ਼ੀਰ ਲਖਪਤ ਰਾਏ ਨੇ ਇੱਕ ਮੁਹਿੰਮ ਸੂਰੂ ਤੋਂ ਜੰਸਕਾਰ ਨੂੰ ਭੇਜ ਦਿੱਤੀ ਅਤੇ ਇਸ ਮੁਹਿੰਮ ਨੇ ਕਿਸੇ ਵੀ ਮੁਕਾਬਲੇ ਦੇ ਬਗੈਰ ਸਤੰਬਰ 1842 ਵਿੱਚ ਜੰਸਕਾਰ ਦੀ ਰਾਜਧਾਨੀ ਪਦਮ ਉੱਤੇ ਕਬਜ਼ਾ ਕਰ ਲਿਆ। ਗਿਆਲਪੋ ਨੂੰ ਉਸਨੇ ਕੈਦੀ ਬਣਾ ਕੇ ਜੰਮੂ ਭੇਜ ਦਿੱਤਾ। ਜੰਸਕਾਰ ਵਿੱਚ ਸਿੱਖ ਹਕੂਮਤ ਫਿਰ ਸਥਾਪਿਤ ਕੀਤੀ ਗਈ। ਮਹਿਤਾ ਬਸਤੀ ਰਾਮ ਨੂੰ ਜੰਸਕਾਰ ਵਿੱਚ ਥਾਣੇਦਾਰ ਨਿਯੁਕਤ ਕਰ ਦਿੱਤਾ ਗਿਆ। ਵਜ਼ੀਰ ਲਖਪਤ ਰਾਏ ਬਲਤਿਸਤਾਨ, ਪੁਰੀਗ ਅਤੇ ਜੰਸਕਾਰ ਨੂੰ ਮੁੜ ਜਿੱਤ ਚੁੱਕਣ ਤੋਂ ਬਾਅਦ ਬੋਟਕੋਲ ਦर्रे ਅਤੇ ਕਿਸ਼ਤਵਾੜ ਦੇ ਰਸਤੇ ਜੰਮੂ ਵਾਪਸ ਚਲਾ ਗਿਆ। ਉਸ ਦੀ ਜੰਮੂ ਵਾਪਸੀ ਉੱਤੇ ਉਸ ਦਾ ਬੜਾ ਸ਼ਾਹੀ ਸਵਾਗਤ ਕੀਤਾ ਗਿਆ ਤੇ ਰਾਜਾ ਗੁਲਾਬ ਸਿੰਘ ਨੇ ਇਸ ਨੂੰ ਬੜਾ ਢੁਕਵਾਂ ਇਨਾਮ ਦਿੱਤਾ। ਰਾਜਾ ਗੁਲਾਬ ਸਿੰਘ ਨੇ ਵਜ਼ੀਰ ਲਖਪਤ ਰਾਏ ਨੂੰ ਮਹਾਰਾਜਾ ਸ਼ੇਰ ਸਿੰਘ ਦੇ ਦਰਬਾਰ ਲਾਹੌਰ ਵਿੱਚ ਭੇਜਿਆ ਅਤੇ ਮਹਾਰਾਜਾ ਨੇ ਉਸ ਦੇ ਕੰਮਾਂ ਦੀ ਬੜੀ ਸ਼ਲਾਘਾ ਕੀਤੀ ਅਤੇ ਉਸ ਨੂੰ ਬਹੁਮੁੱਲੇ ਇਨਾਮ ਅਤੇ ਸਿਰੋਪਾ ਦਿੱਤਾ। ਪਾਕਿਸਤਾਨੀਆਂ ਦਾ ਬਲਤਿਸਤਾਨ ਤੇ ਕਬਜ਼ਾ। ਸੰਨ 1842 ਤੋਂ ਲੈ ਕੇ 1947 ਤੱਕ ਲਦਾਖ ਅਤੇ ਬਲਤਿਸਤਾਨ ਵਿੱਚ ਕੋਈ ਗੜਬੜ ਨਹੀਂ ਹੋਈ ਅਤੇ ਇਸ ਦੌਰਾਨ ਵੀ ਲੋਕ ਸੰਤੁਸ਼ਟ ਰਹੇ। ਭਾਰਤ ਦੀ ਆਜ਼ਾਦੀ ਦੇ ਬਾਅਦ 1948 ਵਿੱਚ ਪਾਕਿਸਤਾਨੀ ਧਾੜਵੀਆਂ ਨੇ ਬਲਤਿਸਤਾਨ ਦੇ ਇੱਕ ਵੱਡੇ ਭਾਗ ਤੇ ਕਬਜ਼ਾ ਕਰ ਲਿਆ ਅਤੇ ਬਲਤਿਸਤਾਨ ਵਿੱਚੋਂ ਪੱਛਮੀ ਲਦਾਖ ਦੇ ਇਲਾਕੇ ਉੱਤੇ ਵੀ ਹਮਲਾ ਕੀਤਾ ਸੀ। ਜੰਮੂ ਕਸ਼ਮੀਰ ਦੀ ਰਿਆਸਤ ਦੀਆਂ ਫੌਜਾਂ ਜਿਹੜੀਆਂ ਸੁਕਾਰਦੂ ਦੇ ਕਿਲੇ ਵਿੱਚ ਘਿਰੀਆਂ ਹੋਈਆਂ ਸਨ ਨੇ ਇੱਕ ਲੰਬੇ ਘੇਰੇ ਤੋਂ ਮਗਰੋਂ ਪਾਕਿਸਤਾਨੀ ਸਿਪਾਹੀਆਂ ਅੱਗੇ ਹਥਿਆਰ ਸੁੱਟ ਦਿੱਤੇ। ਉਹਨਾਂ ਕੋਲ ਗੋਲੀ ਸਿੱਕੇ ਦੀ ਘਾਟ ਹੋ ਗਈ ਸੀ ਅਤੇ ਹਵਾਈ ਜਹਾਜ਼ ਰਾਹੀਂ ਹੋਰ ਸਾਮਾਨ ਪਹੁੰਚਾਉਣ ਦੀ ਸਾਰੀ ਕੋਸ਼ਿਸ਼ ਵੀ ਅਸਫਲ ਰਹੀ। ਹਵਾਈ ਜਹਾਜ਼ਾਂ ਦੇ ਨਾਲ ਲੜਾਈ ਦਾ ਸਾਮਾਨ ਛੋਟੇ ਜਿਹੇ ਕਿਲੇ ਵਿੱਚ ਠੀਕ ਨਿਸ਼ਾਨੇ ਉੱਤੇ ਸੁੱਟਣਾ ਬੜਾ ਮੁਸ਼ਕਿਲ ਸੀ। ਕਿਲਾ ਬਹੁਤ ਤੰਗ, ਉੱਚੀ ਅਤੇ ਨੋਕੀਲੀ ਪਹਾੜੀ ਉੱਤੇ ਸੀ। ਇਸੇ ਲਈ ਜੋ ਸਾਮਾਨ ਕਿਲੇ ਵਿੱਚ ਨਹੀਂ ਸੀ ਡਿੱਗਦਾ ਉਹ ਦੁਸ਼ਮਣ ਦੇ ਹੱਥ ਆ ਜਾਂਦਾ ਸੀ। ਇਸ ਤਰ੍ਹਾਂ ਜਹਾਜ਼ਾਂ ਨਾਲ ਸੁੱਟਿਆ ਗਿਆ ਬਹੁਤ ਸਾਰਾ ਸਾਮਾਨ ਜਾਂ ਤਾਂ ਦਰਿਆ ਸਿੰਧ ਵਿੱਚ ਡਿੱਗ ਪੈਂਦਾ ਜਾਂ ਘੇਰਾ ਪਾਉਣ ਵਾਲੇ ਪਾਕਿਸਤਾਨੀ ਸਿਪਾਹੀਆਂ ਦੇ ਹੱਥ ਆ ਜਾਂਦਾ। ਕਾਰਗਿਲ ਤੋਂ ਸਿੰਧ ਦਰਿਆ ਦੇ ਨਾਲ-ਨਾਲ ਭੇਜੀ ਹੋਈ ਮੁਹਿੰਮ ਵੀ ਸੁਕਾਰਦੂ ਪਹੁੰਚਣ ਵਿੱਚ ਅਸਫਲ ਰਹੀ। ਇਹੋ ਜਿਹੀ ਭੈੜੀ ਹਾਲਤ ਵਿੱਚ ਕਿਲੇ ਦੀ ਫੌਜ ਨੂੰ ਹਥਿਆਰ ਸੁੱਟਣ ਦਾ ਹੁਕਮ ਭਾਰਤ ਸਰਕਾਰ ਵੱਲੋਂ ਦੇ ਦਿੱਤਾ ਗਿਆ ਤਾਂ ਕਿ ਕਿਲੇ ਦੇ ਜਵਾਨ ਭੁੱਖ ਨਾਲ ਮਰ ਨਾ ਜਾਣ। ਉਸ ਵੇਲੇ ਤੋਂ ਲੈ ਕੇ ਅੱਜ ਤੱਕ ਇਹ ਭਾਰਤੀ ਇਲਾਕਾ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਿੱਚ ਹੈ। ਅਧਿਆਇ 12ਵਾਂ ਜਰਨੈਲ ਜ਼ੋਰਾਵਰ ਸਿੰਘ ਦੀਆਂ ਜਿੱਤਾਂ ਅਤੇ ਹਾਰ ਦੇ ਕਾਰਨ। ਆਮ ਜੇਕਰ ਅਸੀਂ ਜਰਨੈਲ ਜ਼ੋਰਾਵਰ ਸਿੰਘ ਦੀਆਂ ਲਦਾਖ, ਬਲਤਿਸਤਾਨ ਅਤੇ ਤਿੱਬਤ ਦੀਆਂ ਲੜਾਈਆਂ ਦੇ ਇਤਿਹਾਸ ਦੀ ਖੋਜ ਕਰੀਏ
ਤਾਂ ਉਸ ਦੀਆਂ ਜਿੱਤਾਂ ਦੇ ਦੋ ਵਿਸ਼ੇਸ਼ ਕਾਰਨ ਲੱਭਦੇ ਹਨ। ਪਹਿਲਾ, ਉਸ ਦਾ ਆਪਣਾ ਚਲਨ, ਚਰਿੱਤਰ ਅਤੇ ਨਿੱਜੀ ਲੀਡਰਸ਼ਿਪ। ਦੂਜਾ, ਜਰਨੈਲ ਜ਼ੋਰਾਵਰ ਸਿੰਘ ਦੇ ਨਿੱਜੀ ਗੁਣ ਅਤੇ ਵਿਸ਼ੇਸ਼ਤਾ ਨੂੰ ਵਰਣਨ ਕਰਨ ਤੋਂ ਪਹਿਲਾਂ ਸਾਨੂੰ ਉਸ ਦੇ ਦੁਸ਼ਮਣਾਂ ਦੀਆਂ ਖਾਮੀਆਂ ਅਤੇ ਕਮਜ਼ੋਰੀਆਂ ਦੀ ਤਰਫ ਪੂਰਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਸਹੀ ਨਤੀਜੇ ਤੇ ਪਹੁੰਚ ਸਕੀਏ। ਦੁਸ਼ਮਣਾਂ ਦੇ ਕਮਾਂਡਰਾਂ ਦੀਆਂ ਗਲਤੀਆਂ। ਸੰਨ 1833 ਤੋਂ 1834 ਤੱਕ ਲਦਾਖੀਆਂ ਦੀਆਂ ਗਲਤੀਆਂ। ਲਦਾਖੀ ਕਮਾਂਡਰਾਂ ਦੀਆਂ ਸੰਨ 1833 ਤੋਂ 1834 ਦੀਆਂ ਸੂਰੂ, ਪੁਰੀਗ ਅਤੇ ਲਦਾਖ ਦੀਆਂ ਰੱਖਿਅਕ ਲੜਾਈਆਂ ਦੀ ਜਾਂਚ ਪੜਤਾਲ ਕਰਨ ਤੋਂ ਇਹ ਪਤਾ ਚੱਲਦਾ ਹੈ ਕਿ ਉਹਨਾਂ ਦੇ ਕਮਾਂਡਰਾਂ ਦੇ ਨਿਮਨ ਲਿਖਤ ਗਲਤੀਆਂ ਕੀਤੀਆਂ। ਪਹਿਲਾ, ਉਹਨਾਂ ਦੇ ਪਾਸ ਨਾ ਕੋਈ ਪੱਕੀ ਤਰਤੀਬ ਵਾਲੀ ਤਜਰਬੇਕਾਰ ਅਤੇ ਪੁਰਾਣੀ ਸਿੱਖੀ ਹੋਈ ਸੈਨਾ ਹੀ ਸੀ ਜੋ ਕਿ ਵਿਦੇਸ਼ ਦੀਆਂ ਸਿੱਖੀਆਂ ਹੋਈਆਂ ਬਹੁਤ ਤਜਰਬੇਕਾਰ ਫੌਜਾਂ ਦਾ ਮੁਕਾਬਲਾ ਕਰ ਸਕੇ। ਲਦਾਖੀ ਨਿੱਜੀ ਤੌਰ ਤੇ ਬੜੇ ਬਹਾਦਰ, ਜੋਸ਼ੀਲੇ, ਨਿਡਰ, ਸਖਤ ਅਤੇ ਦੇਸ਼ ਦੇ ਲਈ ਹਰ ਕੁਰਬਾਨੀ ਕਰਨ ਵਾਲੇ ਸਿਪਾਹੀ ਪੈਦਾ ਕਰਦੇ ਸਨ, ਪਰ ਉਹ ਆਪ ਤੋਂ ਚੰਗੇ ਸਿੱਖੇ ਹੋਏ, ਚੰਗੇ ਹਥਿਆਰਾਂ ਨਾਲ ਲੈਂਸ ਅਤੇ ਚੰਗੇ ਤਜਰਬਾਕਾਰ ਕਮਾਂਡਰਾਂ ਦੇ ਮੁਕਾਬਲੇ ਉੱਤੇ ਕਿਵੇਂ ਪੂਰੇ ਉਤਰ ਸਕਦੇ ਸਨ। ਦੂਜਾ, ਲਦਾਖੀਆਂ ਪਾਸ ਕੋਈ ਤੋਪਖਾਨਾ ਨਹੀਂ ਸੀ ਅਤੇ ਉਹਨਾਂ ਦੇ ਸਿਪਾਹੀਆਂ ਪਾਸ ਬੜੀਆਂ ਭਾਰੀਆਂ, ਨਿਕੰਮੀਆਂ ਅਤੇ ਘਟੀਆ ਤੋੜੇਦਾਰ ਬੰਦੂਕਾਂ ਸਨ ਅਤੇ ਕੁਝ ਸਿਪਾਹੀਆਂ ਪਾਸ ਸਿਰਫ ਭਾਲੇ ਅਤੇ ਬਰਛੇ ਹੀ ਸਨ। ਤੀਜਾ, ਲਦਾਖੀ ਹਮੇਸ਼ਾ ਹੀ ਰੱਖਿਅਕ ਲੜਾਈਆਂ ਲੜਨ ਦੇ ਕਾਬਲ ਸਨ ਅਤੇ ਹਮੇਸ਼ਾ ਹੀ ਰੱਖਿਅਕ ਲੜਾਈ ਦੇ ਜਾਚਕ ਸਨ, ਭਾਵੇਂ ਉਹਨਾਂ ਦੀ ਸਫਲਤਾ ਅਤੇ ਕਲਿਆਣ ਸਿਰਫ ਦੁਸ਼ਮਣ ਤੇ ਹਮਲਾ ਕਰਕੇ ਜਿੱਤ ਪ੍ਰਾਪਤ ਕਰਨ ਵਿੱਚ ਸੀ। ਉਹ ਬੜੇ ਚੰਗੇ ਤਰੀਕੇ ਨਾਲ ਦੁਸ਼ਮਣ ਦੀਆਂ ਫੌਜਾਂ ਉੱਤੇ ਸਾਹਮਣਿਓਂ ਵੀ ਆਪਣੀ ਪੱਕੀ ਫੌਜ ਨਾਲ ਹਮਲੇ ਕਰ ਸਕਦੇ ਸਨ ਅਤੇ ਉਹਨਾਂ ਦੀਆਂ ਗੁਰੀਲਾ ਫੌਜਾਂ ਦੁਸ਼ਮਣ ਦੀ ਬਹੁਤ ਹੀ ਲੰਮੀ ਅਤੇ ਵਿੱਤ ਵੱਧ ਕੇ ਖਿੱਚੀ ਹੋਈ ਸਪਲਾਈ ਦੀ ਲਾਈਨ ਤੇ ਹਮਲੇ ਕਰਕੇ ਸਿੱਖ ਫੌਜਾਂ ਦਾ ਬੰਦੋਬਸਤ ਦਾ ਸਾਰਾ ਹੀ ਢਾਂਚਾ ਤੋੜ ਕੇ ਰੱਖ ਸਕਦੇ ਸਨ। ਪਰ ਉਹਨਾਂ ਨੇ ਆਪਣੇ ਦੇਸ਼ ਦੀ ਰੱਖਿਆ ਲਈ ਇਹ ਲੜਾਈ ਦੇ ਸੁਚੱਜੇ ਢੰਗ ਨਾ ਵਰਤੇ। ਚੌਥਾ, ਲਦਾਖੀ ਲੜਾਈ ਦੀ ਸਾਇੰਸ, ਇਸ ਦੇ ਅਸੂਲਾਂ, ਢੰਗਾਂ ਤੇ ਚਾਲਾਂ ਤੋਂ ਬਿਲਕੁਲ ਹੀ ਨਾ ਵਾਕਿਫ ਸਨ। ਨਾ ਉਹਨਾਂ ਦੇ ਇਹ ਢੰਗ ਹੀ ਯਾਦ ਸਨ ਜਿਨ੍ਹਾਂ ਨਾਲ ਉਹ ਲੜਾਈ ਲੜਨ ਤੋਂ ਪਹਿਲਾਂ ਹੀ ਦੁਸ਼ਮਣ ਦੀ ਪੋਜੀਸ਼ਨ ਅਤੇ ਲੜਾਈ ਕਰਨ ਦੀ ਸ਼ਕਤੀ ਅਤੇ ਆਵਸ਼ਕਤਾ ਉੱਤੇ ਹਾਵੀ ਹੋ ਜਾਣ, ਅਤੇ ਨਾ ਹੀ ਲੜਾਈ ਛਿੜ ਜਾਣ ਉੱਤੇ ਦੁਸ਼ਮਣ ਨੂੰ ਲੜਾਈ ਵਿੱਚ ਹਰਾਉਣ ਲਈ ਲੜਾਈ ਦੀ ਖੇਡ ਨੂੰ ਸ਼ਤਰੰਜ ਦੀ ਖੇਡ ਦੀ ਤਰ੍ਹਾਂ ਖੇਡ ਕੇ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਦੇ ਲਈ ਸਿੱਖੇ ਹੋਏ ਅਤੇ ਸਮਰਥਕ ਸਨ। ਉਹਨਾਂ ਨੇ ਜਰਨੈਲ ਜ਼ੋਰਾਵਰ ਸਿੰਘ ਦੀਆਂ ਨਿਮਨ ਲਿਖਤ ਗਲਤੀਆਂ ਅਤੇ ਕਮਜ਼ੋਰੀਆਂ ਦਾ ਫਾਇਦਾ ਨਾ ਉਠਾ ਕੇ ਬੜੀ ਹੀ ਅਣਗਹਿਲੀ ਅਤੇ ਨਲਾਇਕੀ ਦਾ ਸਬੂਤ ਦਿੱਤਾ। ਪਹਿਲੀ, ਸੰਨ 1833 ਦੀਆਂ ਸਰਦੀਆਂ ਵਿੱਚ ਸਾਰੀ ਸਿੱਖ ਸੈਨਾ ਅਤਿਅੰਤ ਸਰਦੀ, ਸਖਤ ਬਰਫ਼ਬਾਰੀ ਅਤੇ ਬਹੁਤ ਹੀ ਘੱਟ ਤਾਪਮਾਨ ਦੇ ਕਾਰਨ ਕਰਤਖਸੇ, ਸੂਰੂ, ਲੰਕਾਸਾਰ ਦੇ ਕਿਲਿਆਂ ਅੰਦਰ ਵੜ ਕੇ ਬੈਠੀ ਹੋਈ ਸੀ ਅਤੇ ਉਹਨਾਂ ਵਿੱਚ ਇਹਨਾਂ ਹਾਲਾਤ ਵਿੱਚ ਬਾਹਰ ਨਿਕਲ ਕੇ ਦੁਸ਼ਮਣ ਦੇ ਮੁਕਾਬਲੇ ਉੱਤੇ ਲੜਨ ਦੀ ਆਵਸ਼ਕਤਾ ਉੱਕੀ ਹੀ ਨਹੀਂ ਸੀ ਅਤੇ ਨਾ ਹੀ ਉਹ ਕੱਪੜਿਆਂ ਦੀ ਥੁੜ ਕਰਕੇ ਬਾਹਰ ਦੀ ਲੜਾਈ ਲਈ ਤਿਆਰ ਹੀ ਸਨ। ਪਰ ਲਦਾਖੀਆਂ ਉੱਤੇ ਇਹਨਾਂ ਸਰਦੀਆਂ ਦਾ ਕੋਈ ਅਸਰ ਨਹੀਂ ਸੀ। ਉਹਨਾਂ ਲੋਕਾਂ ਪਾਸ ਸਰਦੀ ਦੀ ਸਹਿਣ ਸ਼ਕਤੀ ਸੀ। ਜੇਕਰ ਉਹ ਇਸ ਸਰਦੀ ਦਾ ਫਾਇਦਾ ਉਠਾ ਕੇ ਸਿੱਖਾਂ ਉੱਤੇ ਹਮਲੇ ਕਰ ਦਿੰਦੇ ਤਾਂ ਸਿੱਖ ਫੌਜਾਂ ਦੀ ਉਹ ਹੀ ਹਾਲਤ ਹੁੰਦੀ ਜੋ ਸੰਨ 1812 ਵਿੱਚ ਨਪੋਲੀਅਨ ਦੀ ਫੌਜ ਦੀ ਮਾਸਕੋ ਤੋਂ ਭੱਜਣ ਸਮੇਂ ਹੋਈ ਸੀ। ਲਦਾਖੀਆਂ ਨੇ ਸ਼ਰਾਬਾਂ ਪੀ ਕੇ, ਰੰਗ ਨਾਚ ਕਰਕੇ ਸਰਦੀਆਂ ਗਵਾ ਦਿੱਤੀਆਂ ਅਤੇ ਜਦੋਂ ਸੰਨ 1834 ਵਿੱਚ ਸਿੱਖਾਂ ਉੱਤੇ ਹਮਲਾ ਕੀਤਾ ਵੀ ਤਾਂ ਉਹ ਇੱਕ ਬਹੁਤ ਹੀ ਕਮਜ਼ੋਰ ਜਿਹੀ ਪ੍ਰਦਰਸ਼ਨੀ ਸੀ। ਸਿੱਖਾਂ ਉੱਤੇ ਕਰਤਖਸੇ ਦੇ ਹਮਲੇ ਸਮੇਂ ਲਦਾਖੀ ਹਮਲਾਵਰਾਂ ਦੀ ਗਿਣਤੀ ਦੁਸ਼ਮਣ ਦੇ ਰੱਖਿਅਕ ਮੋਰਚਾ ਨੂੰ ਸੰਭਾਲਣ ਵਾਲੇ ਸੈਨਿਕਾਂ ਨਾਲੋਂ ਬਹੁਤ ਘੱਟ ਸੀ। ਇਹ ਯੋਜਨਾ ਹਮਲੇ ਦੀ ਲੜਾਈ ਦੇ ਅਸੂਲਾਂ ਦੀ ਉੱਕੀ ਹੀ ਉਲੰਘਣਾ ਕਰਦੀ ਸੀ। ਹਮਲਾ ਕਰਨ ਵਾਲੇ ਦੀ ਗਿਣਤੀ ਰੱਖਿਆ ਕਰਨ ਵਾਲੇ ਨਾਲੋਂ ਘੱਟ ਤੋਂ ਘੱਟ 3 ਗੁਣਾ ਜ਼ਿਆਦਾ ਹੋਣੀ ਚਾਹੀਦੀ ਹੈ। ਦੂਜਾ, ਸੰਨ 1832 ਵਿੱਚ ਜਰਨੈਲ ਜ਼ੋਰਾਵਰ ਸਿੰਘ ਦਾ ਕਾਰਗਿਲ ਤੋਂ ਲਦਾਖ ਵੱਲ ਦਾ ਕੂਚ ਦਾ ਰਸਤਾ ਬਹੁਤ ਤੰਗ ਘਾਟੀਆਂ ਵਿੱਚ ਦੀ ਲੰਘਦਾ ਸੀ ਅਤੇ ਇਸ ਰਸਤੇ ਅਨੇਕਾਂ ਐਸੇ ਅਸਥਾਨ ਸਨ ਜਿਨ੍ਹਾਂ ਉੱਤੇ ਮੋਰਚਾਬੰਦੀ ਕਰਕੇ ਥਾਂ-ਥਾਂ ਉੱਤੇ ਜਰਨੈਲ ਨੂੰ ਲੜਾਈ ਲੜਨ ਲਈ ਮਜਬੂਰ ਕੀਤਾ ਜਾ ਸਕਦਾ ਸੀ ਅਤੇ ਨਾ ਸਿਰਫ ਉਸ ਦੀ ਫੌਜ ਨੂੰ ਸਖਤ ਜਾਨੀ ਨੁਕਸਾਨ ਹੀ ਪਹੁੰਚਾਇਆ ਜਾ ਸਕਦਾ ਸੀ, ਸਗੋਂ ਉਸ ਦੀ ਫੌਜ ਦਾ ਦਿਲ ਵੀ ਤੋੜਿਆ ਜਾ ਸਕਦਾ ਸੀ। ਪਰ ਲਦਾਖੀਆਂ ਤੋਂ ਕੁਝ ਵੀ ਅਕਲਮੰਦੀ ਦਾ ਕਦਮ ਨਾ ਉਠਾਇਆ ਗਿਆ।
ਤੀਜਾ, ਜਦ ਜਰਨੈਲ ਨੇ ਜੰਸਕਾਰ ਦੇ ਵਿੱਚ ਦੀ ਲੰਘ ਕੇ ਸਖਤ ਸਰਦੀ ਦੇ ਮੌਸਮ ਵਿੱਚ ਲਦਾਖ ਉੱਤੇ ਚੜ੍ਹਾਈ ਕੀਤੀ ਤਾਂ ਉਸ ਦਾ ਰਸਤਾ ਬਹੁਤ ਹੀ ਤੰਗ ਘਾਟੀਆਂ ਅਤੇ ਉੱਚੇ ਦਰਿਆ ਵਿੱਚ ਦੀ ਲੰਘਦਾ ਸੀ। ਜੇਕਰ ਲਦਾਖੀ ਲੜਾਈ ਦੇ ਅਸੂਲਾਂ ਤੋਂ ਜਾਣੂ ਹੁੰਦੇ ਤਾਂ ਉਹ ਤੰਗ ਘਾਟੀਆਂ ਦੀਆਂ ਦੋ ਪਾਸੀ ਚੋਟੀਆਂ ਨੂੰ ਮੋਰਚੇ ਬਣਾ ਕੇ ਬੈਠ ਜਾਂਦੇ ਤਾਂ ਉਹ ਜ਼ੋਰਾਵਰ ਸਿੰਘ ਦੀਆਂ ਫੌਜਾਂ ਨੂੰ ਪੱਥਰਾਂ ਵੱਟਿਆਂ ਨਾਲ ਹੀ ਸਖਤ ਨੁਕਸਾਨ ਪਹੁੰਚਾ ਸਕਦੇ ਸਨ। ਸੰਨ 1892 ਵਿੱਚ ਹੁੰਜਾ ਦੇ ਲੋਕਾਂ ਨੇ ਜਰਨੈਲ ਭੂਪ ਸਿੰਘ ਨੂੰ ਗਿਲਗਿਤ ਦਰਿਆ ਦੇ ਨਾਲ-ਨਾਲ ਗਿਲਗਿਤ ਵੱਲ ਕੂਚ ਕਰਦਿਆਂ ਨੂੰ ਇਸੇ ਤਰ੍ਹਾਂ ਹੀ ਘੇਰ ਲਿਆ ਸੀ ਅਤੇ ਉਸ ਦੀ ਸਾਰੀ ਸੈਨਾ ਪੱਥਰਾਂ ਦੀ ਵਿਛਾੜ ਨਾਲ ਹੀ ਮਾਰ ਮੁਕਾਈ ਸੀ। ਸੋ ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 175 ਤੱਕ ਹੀ ਪੜਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।